Tandoori range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਪੰਜਾਬ ਕਾਂਗਰਸ ਨੇ ਮੋਦੀ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ। ਪੰਜਾਬ ਦੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕੀਤੀ ਮੀਟਿੰਗ। ਵਿਧਾਨ ਸਭਾ ਚੋਣਾਂ ਲਈ ਸ਼ੁਰੂ ਕੀਤੀਆਂ ਤਿਆਰੀਆਂ। ਸਿੱਧੂ ਨੂੰ ਲੈ ਕੇ ਵੀ ਕਈ ਵੱਡੀ ਗੱਲ। ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਨੇ ਸੰਭਾਲਿਆ ਅਹੁਦਾ। ਗਾਰਡ ਆਫ ਆਨਰ ਨਾਲ ਵੀ ਕੀਤਾ ਗਿਆ ਸਨਮਾਨਿਤ। ਸਿੱਧੂ ਮੂਸੇਵਾਲਾ ਇੰਸਟਾ ਤੇ ਲਾਈਵ ਹੋ ਕੇ ਕਰ ਰਿਹਾ ਹੈ ਗੁੰਡਾਗਰਦੀ। ਸ਼ਰੇਆਮ ਪੱਤਰਕਾਰਾਂ ਨੂੰ ਦਿੱਤੀਆਂ ਧਮਕੀਆਂ। ਕਿਹਾ ਖਬਰ ਛਾਪਣ ਵਾਲੇ ਦੇ ਕਰਵਾ ਦੇਵਾਂਗੇ ਚੈਨਲ ਬੰਦ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਕਾਂਗਰਸੀਆਂ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਸੁਨੀਲ ਜਾਖੜ ਵੱਲੋਂ ਇਹ ਮੰਗ ਪੱਤਰ MSP ਅਤੇ ਕਿਸਾਨਾਂ ਨਾਲ ਸੰਬੰਧਿਤ ਪਾਸ ਕੀਤੇ ਗਏ ਨਵੇਂ ਆਰਡੀਨੈਂਸਾਂ ਨੂੰ ਲੈ ਕੇ ਦਿੱਤਾ ਗਿਆ। ਜਿਸ ਦਿਨ ਤੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ 3 ਨਵੇਂ ਆਰਡੀਨੈਂਸ ਲਿਆਂਦੇ ਗਏ ਨੇ, ਉਸ ਦਿਨ ਤੋਂ ਹੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਹੁਣ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਵੀ ਮੋਰਚਾ ਖੋਲ੍ਹ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਅੱਜ ਕਾਂਗਰਸੀ ਆਗੂਆਂ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਬੋਲਦਿਆਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਇਸ ਨਾਲ ਹੁਣ ਇੱਕ ਗੱਲ ਸਪਸ਼ਟ ਹੈ ਕਿ ਮੋਦੀ ਸਰਕਾਰ ਕਿਸਾਨਾਂ ਤੇ ਵੀ ਲਾਕਡਾਊਨ ਲਗਾਉਣ ਜਾ ਰਹੀ ਹੈ। ਮਾਨਯੋਗ ਗਵਰਨਰ ਸਾਹਿਬ ਨੂੰ ਅੱਜ ਅਸੀਂ ਪੰਜਾਬ ਦੇ ਕਿਸਾਨਾਂ ਤਰਫੋਂ ਇੱਕ ਮੈਮੋਰੈਂਡਮ ਦਿੱਤਾ ਹੈ। ਕਾਂਗਰਸ ਪਾਰਟੀ ਨੇ ਦਿੱਤਾ ਹੈ, ਪਰ ਮੇਨ ਮਕਸਦ ਜਿਹੜਾ ਹੈ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਹੈ। ਮੇਰਾ ਮੰਨਣਾ ਹੈ ਜਿਹੜੇ ਆ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜੇ ਆਰਡੀਨੈਂਸਿਸ ਪਾਸ ਕੀਤੇ ਆ, ਜਿਹੜੇ ਸੋ ਕਾਲਡ ਸੁਧਾਰ ਜਿਹੜੇ ਕਹਿੰਦੇ ਆ ਵੀ ਖੇਤੀ ਸੁਧਾਰ ਜਿਹੜੇ ਲੈ ਕੇ ਆਏ 3 ਆਰਡੀਨੈਂਸ ਕਾਨੂੰਨ ਜਿਹੜੇ ਇਹਨਾਂ ਨੇ ਪਾਸ ਆਰਡੀਨੈਂਸ ਦੇ ਥਰੂ ਕੀਤੇ ਹੈ, ਤੇ ਉਹਦੇ ਬਾਅਦ ਗਡਕਰੀ ਸਾਹਿਬ ਨੇ ਜਿਹੜਾ ਤੜਕਾ ਲਾਇਆ ਉਸ ਤੋਂ ਇੱਕ ਗੱਲ ਸਪਸ਼ਟ ਹੈ। ਉਹ ਗੱਲ ਆ ਸਪਸ਼ਟ ਹੈ ਵੀ ਹੁਣ ਕਿਸਾਨੀ ਤੇ ਲੋਕਡਾਊਨ ਲਾਉਣ ਲੱਗੀ ਹੈ ਮੋਦੀ ਸਾਹਿਬ ਦੀ ਸਰਕਾਰ। This is a step towards lockdown on farming operations. ਕਿਸਾਨ ਦੇ ਉੱਤੇ ਜਿਹੜਾ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ, ਕੇਂਦਰ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਗਡਕਰੀ ਸਾਹਿਬ ਨੇ ਬਿਲਕੁਲ ਚੁਰਾਹੇ ਦੇ ਵਿੱਚ ਆ ਕੇ ਕਲੀਅਰ ਕਰਤੀ ਵੀ ਕਿਸਾਨ ਅੱਜ ਮੋਦੀ ਸਾਹਿਬ ਨੂੰ ਦੇਸ਼ ਦੇ ਉੱਤੇ ਬੋਝ ਨਜ਼ਰ ਆਉਣ ਲੱਗੇ। ਉਸ ਦੇ ਖਿਲਾਫ ਅਸੀਂ ਅੱਜ ਗਵਰਨਰ ਸਾਹਿਬ ਨੂੰ ਆ ਮੈਮੋਰੈਂਡਮ ਦਿੱਤਾ ਹੈ ਕਿ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ। ਜਿਹੜਾ ਗਡਕਰੀ ਸਾਹਿਬ ਨੇ ਬਿਆਨ ਦਿੱਤਾ ਹੈ ਉਹਦੇ ਵਿੱਚ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਤੋਂ ਮਾਫੀ ਮੰਗੇ, ਤੇ ਇਹਦੇ ਨਾਲ ਜਿਹੜੇ ਇੱਕ ਪਾਸੇ ਗੱਲ ਕਰਦੇ ਸੀ ਕਿਸਾਨੀ ਦੀ ਆਮਦਨ ਦੁੱਗਣੀ ਕਰਨ ਦੀ, ਉੱਥੇ ਜਿਸ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਰੋਜ਼ ਵਧਾਈ ਜਾ ਰਹੀਆਂ, ਅੱਜ 75 ਰੁਪਏ ਨੂੰ ਪਾਰ ਕਰ ਗਿਆ ਜਦੋਂ ਡੀਜ਼ਲ, ਉਹਦੀ ਕੀਮਤਾਂ ਘਟਾ ਕੇ ਜਿਹੜੇ ਅੰਤਰਰਾਸ਼ਟਰੀ ਬਾਜ਼ਾਰ ਦੇ ਅੰਦਰ ਕੱਚੇ ਤੇਲ ਦੀਆਂ ਕੀਮਤਾਂ ਗਿਰੀ ਜਾ ਰਹੀਆਂ, ਹਿੰਦੁਸਤਾਨ ਦੇ ਅੰਦਰ ਡੀਜ਼ਲ ਤੇ ਪੈਟਰੋਲ ਦੀ ਕੀਮਤਾਂ ਵਧੀਆਂ ਜਾ ਰਹੀਆਂ, ਉਹ ਬੋਝ ਵੀ ਕਿਸਾਨੀ ਤੇ ਪਾਇਆ ਜਾ ਰਿਹਾ। ਉਹਦੇ ਵਾਸਤੇ ਵੀ ਗਵਰਨਰ ਸਾਹਿਬ ਨੂੰ ਲਿਖਿਆ ਵੀ ਮੋਦੀ ਸਾਹਿਬ ਦੀ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਆਰਡੀਨੈਂਸਿਸ ਵਾਪਸ ਲਏ ਜਾਣ, ਗਡਕਰੀ ਸਾਹਿਬ ਦੇ ਬਿਆਨ ਦੀ ਮਾਫੀ ਮੰਗੀ ਜਾਵੇ ਕਿਸਾਨਾਂ ਤੋਂ, ਤੇ ਡੀਜ਼ਲ ਦੇ ਜਿਹੜੇ ਭਾਅ ਹੈ ਉਹ ਘਟਾਏ ਜਾਣ। ਇਸ ਦੇ ਨਾਲ ਹੀ ਉਹਨਾਂ ਅਕਾਲੀ ਦਲ ਤੇ ਵੀ ਵਾਰ ਕੀਤਾ। ਜਾਖੜ ਨੇ ਕਿਹਾ ਕਿ ਕਿਸਾਨ ਚਾਹੇ ਕਿੰਨੇ ਵੀ ਆਤਮ ਹੱਤਿਆ ਭਾਵੇਂ ਕਿਉਂ ਨਾ ਕਰ ਲੈਣ, ਪਰ ਅਕਾਲੀ ਦਲ ਆਪਣੀ ਕੇਂਦਰ ਦੀ ਕੁਰਸੀ ਨਹੀਂ ਛੱਡੇਗਾ। ਉਹਨਾਂ ਕਿਹਾ ਕਿ ਜਿਹੜੇ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਨਾਮ ਤੇ ਰਾਜਨੀਤੀ ਕੀਤੀ ਹੈ ਉਹ ਅੱਜ ਚੁੱਪ ਬੈਠਾ ਹੈ। ਉਹਨਾਂ ਨੇ ਕੁਰਸੀ ਬਿਲਕੁਲ ਨਹੀਂ ਛੱਡਣ, ਉਹ ਨਹੀਂ ਛੱਡਦੇ ਕੁਰਸੀ। ਸੁਖਬੀਰ ਜੀ ਨੂੰ ਕਹਿਣਾ ਚਾਹੀਦਾ ਵੀ ਅਸੀਂ ਕਿਸਾਨ ਚਾਹੇ ਫਾਵੇ ਸਾਰੇ ਫਾਂਸੀ ਲੈ ਲੈਣ, ਪਰ ਉਹਨਾਂ ਨੇ ਅਕਾਲੀਆਂ ਨੇ ਕੁਰਸੀ ਨਹੀਂ ਛੱਡਣੀ। ਆਹ ਸਾਰੇ ਪੰਜਾਬ ਨੂੰ ਪਤਾ ਹੈ, ਹਿੰਦੁਸਤਾਨ ਨੂੰ ਪਤਾ ਹੈ। 53 ਰੁਪਏ ਝੋਨੇ ਦਾ ਭਾਅ ਵਧਾਇਆ ਹੈ, ਤੇ ਕਿਸੇ ਕਿਸਮ ਦਾ ਉਹਦੇ ਖਿਲਾਫ ਬੋਲੇ ਵੀ ਨਹੀਂ ਸੁਖਬੀਰ ਬਾਦਲ। ਉਹ ਅਕਾਲੀ ਪਾਰਟੀ ਜਿਹਨੇ ਸਾਰੀ ਉਮਰ ਕਿਸਾਨੀ ਦੇ ਨਾਂ ਦੇ ਉੱਤੇ ਤੇ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਹੋਵੇ, ਤੇ ਉਸ ਤੋਂ ਵੀ ਵੱਡੀ ਗੱਲ ਹੈ ਇੱਥੇ ਆ ਕੇ ਬਿਆਨ ਛੱਡ ਰਹੇ ਹੈ ਵੀ ਕੈਪਟਨ ਸਾਹਿਬ ਕਿਸਾਨਾਂ ਨੂੰ ਆ ਜਿਹੜੇ ਪ੍ਰਵਾਸੀ ਸਾਡੇ ਮਜ਼ਦੂਰ ਬਾਹਰ ਤੁਰ ਗਏ ਇਹਦੇ ਕਰਕੇ ਜੇ ਝੋਨੇ ਦੀ ਜਿਹੜੀ ਲਵਾਈ ਹੈ
ਉਹਦੀ ਕੀਮਤਾਂ ਵਧ ਗਈਆਂ। ਉਹਦੇ ਵਾਸਤੇ ਕਿਸਾਨਾਂ ਦੀ ਮਦਦ ਕੈਪਟਨ ਸਾਹਿਬ ਕਰਨ, ਕਾਂਗਰਸ ਸਰਕਾਰ ਕਰੇ। ਮੋਦੀ ਸਾਹਿਬ ਤੋਂ ਐਡੇ ਡਰ, ਇਹਨਾਂ ਦੇ ਖੌਫ ਅਕਾਲੀਆਂ ਦੇ ਦਿਲ 'ਚ ਹੈ ਕੁਰਸੀ ਦੇ ਨਾਮ ਤੋਂ, ਵੀ ਕੁਰਸੀ ਨਾ ਸਾਨੂੰ ਛੱਡਣੀ ਪੈ ਜੇ। ਇਸ ਕਰਕੇ ਅੱਜ ਮੈਂ ਸਮਝਦਾ ਵੀ ਸਾਡਾ ਜਿਹੜਾ ਸ਼ਿਕਵਾ ਹੈ ਪੰਜਾਬ ਦੇ ਕਿਸਾਨਾਂ ਦਾ, ਬੀਜੇਪੀ ਦੇ ਨਾਲ ਤਾਂ ਸ਼ਿਕਵਾ ਹੈ, ਕਿਉਂਕਿ ਬੀਜੇਪੀ ਨੇ ਅੱਜ ਤੱਕ ਕਦੇ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਨਹੀਂ ਕਿਹਾ, ਨਾ ਹੀ ਕਿਸਾਨਾਂ ਨੂੰ ਇਸ ਤੋਂ ਇਲਾਵਾ ਕੋਈ ਹੋਰ ਉਮੀਦ ਸੀ ਮੋਦੀ ਸਾਹਿਬ ਤੋਂ। ਮੋਦੀ ਸਾਹਿਬ ਨੇ ਤਾਂ ਆਹੀ ਕਰਨਾ ਸੀ, ਸ਼ਾਹੂਕਾਰਾਂ ਦੀ ਪਾਰਟੀ ਹੈ ਬੀਜੇਪੀ। ਪਰ ਕਿਸਾਨਾਂ ਦੇ ਨਾਮ ਤੇ ਜਿਨ੍ਹਾਂ ਨੇ ਵੋਟ ਲਏ ਹੈ, ਕਿਸਾਨਾਂ ਦੇ ਨਾਮ ਤੇ ਇਹਨਾਂ ਨੇ ਰਾਜਨੀਤੀ ਕੀਤੀ ਹੈ, ਉਹ ਅੱਜ ਜਿਹੜੇ ਚੁੱਪ ਬੈਠੇ ਹੈ, ਉਹਨਾਂ ਦਾ ਮੈਂ ਸਮਝਦਾ ਪੰਜਾਬ ਦੇ ਅੰਦਰ ਚਿਹਰਾ ਜਿਹੜਾ ਬਿਲਕੁਲ ਲੋਕਾਂ ਦੇ ਸਾਹਮਣੇ ਪਰਦਾਫਾਸ਼ ਹੋ ਚੁੱਕਿਆ। ਇਸ ਸਮੇਂ ਹਾਲਾਤ ਇਹ ਹਨ ਕਿ ਨਵੇਂ ਆਰਡੀਨੈਂਸਾਂ ਦਾ ਲਗਭਗ ਹਰ ਕੋਈ ਵਿਰੋਧ ਕਰ ਰਿਹਾ। ਇਸ ਲਈ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਮੁੜ ਵਿਚਾਰ ਕਰੇ। ਬਿਊਰੋ ਰਿਪੋਰਟ। ਅਕਾਲੀ ਦਲ ਟਕਸਾਲੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ, ਜਿੱਥੇ ਉਹਨਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ, ਉੱਥੇ ਹੀ ਕਈ ਵੱਡੇ ਖੁਲਾਸੇ ਵੀ ਕੀਤੇ। ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਨੇ, ਤਿਉਂ-ਤਿਉਂ ਸਿਆਸਤਦਾਨਾਂ ਦੀਆਂ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਨੇ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੀ ਅਰਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਉਹ ਪੰਥਕ ਧਿਰਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਨਗੇ। ਇਸ ਮੌਕੇ ਬੋਲਦਿਆਂ ਵੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਉਹਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ। ਵੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਇਹ ਸੀ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਤੀਜਾ ਬਦਲ ਦਿੱਤਾ ਜਾ ਸਕੇ। ਝੰਡੇ ਹੇਠਾਂ ਇਕੱਠਾ ਕੀਤਾ ਜਾਵੇ ਔਰ ਪੰਥਕ ਸ਼ਕਤੀ ਜਿਹੜੀ ਆ ਉਸ ਨੂੰ ਸੰਗਠਿਤ ਕਰਕੇ ਫਿਰ ਤੀਸਰੇ ਬਦਲ ਨੂੰ ਤਿਆਰ ਕਰਨ ਦੇ ਵਾਸਤੇ ਜਿਹੜਾ ਇਨੀਸ਼ੀਏਟਿਵ ਹੈ ਉਹ ਲਿਆ ਜਾਏ। ਇਸ ਸੰਬੰਧ ਵਿੱਚ ਛੇਤੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਉਹਨਾਂ ਨੂੰ ਕੋਰ ਕਮੇਟੀ ਨੇ ਇੱਕ ਮਤੇ ਰਾਹੀਂ ਅੱਜ ਅਥੋਰਾਈਜ਼ ਕੀਤਾ ਹੈ ਤੇ ਉਹ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਹੋਰਾਂ ਨਾਲ ਇੱਕ ਦੋ ਦਿਨਾਂ ਵਿੱਚ ਪੰਥਕ ਏਕਤਾ ਦੇ ਇਸ ਏਜੰਡੇ ਤੇ ਵਿਚਾਰ ਵਟਾਂਦਰਾ ਕਰਨਗੇ। ਜੋ ਵੀ ਗੱਲਬਾਤ ਢੀਂਡਸਾ ਸਾਹਿਬ ਨਾਲ ਹੋਏਗੀ, ਉਹਨਾਂ ਦੇ ਵਿਚਾਰ ਲੈ ਕੇ ਫਿਰ ਇਹ ਮਾਮਲਾ ਅਸੀਂ ਦੁਬਾਰਾ ਸਾਡੀ ਕੋਰ ਕਮੇਟੀ ਜਿਹੜੀ ਹੈ ਉਸ ਦੇ ਵਿੱਚ ਵਿਚਾਰਾਂਗੇ। ਅੱਜ ਸਾਡਾ ਮੁੱਖ ਮੰਤਵ ਜਿਹੜਾ ਹੈ ਉਹ ਇਹੋ ਹੀ ਸੀ ਕਿ ਪੰਜਾਬ ਵਿੱਚ ਤੀਸਰਾ ਜਿਹੜਾ ਬਦਲ ਹੈ ਉਸ ਨੂੰ ਤਿਆਰ ਕਰਨ ਵਾਸਤੇ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਅੱਗੇ ਹੋ ਕੇ ਮੋਹਰੀ ਬਣ ਕੇ ਉਹ ਦਾਇਤਵ ਜਿਹੜਾ ਹੈ ਉਹ ਨਿਭਾਈਏ। ਬਾਦਲ ਅਕਾਲੀ ਦਲ ਸੀ, ਉਹ ਤੇ ਹੁਣ ਕੇਵਲ ਇੱਕ ਟੱਬਰ ਤੱਕ ਪਰਿਵਾਰ ਦੇ ਮੈਂਬਰ ਨੇ ਜਾਂ ਮਜੀਠੀਆ। ਇਸੇ ਤਰ੍ਹਾਂ ਜਿਹੜੀ ਕਾਂਗਰਸ ਹੈਗੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਹੋ ਕੇ ਰਹਿ ਗਈ। ਜਥੇਬੰਦਕ ਤੀਜੀ ਧਿਰ ਦੀ ਉਸਾਰੀ ਕਰਨੀ 2022 ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈਗਾ। ਇਸ ਤੇ ਅਸੀਂ ਵਿਚਾਰ ਵਿਮਰਸ਼ ਕਰਕੇ ਤੁਹਾਡੇ ਸਾਹਮਣੇ ਆਏ ਹਾਂ। ਇਧਰ ਦੂਜੇ ਪਾਸੇ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾ ਨੇ ਦੱਸਿਆ ਕਿ ਅੱਜ ਪੰਜਾਬ ਦੇ ਜੋ ਹਾਲਾਤ ਹਨ ਤੇ ਜਿਸ ਨੇ ਇਹ ਕੀਤੇ ਹਨ, ਇਹ ਦੱਸਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦੱਸਿਆ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਹੋਰਨਾਂ ਪਾਰਟੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਜਿਹੀ ਪਾਰਟੀ ਹੋਵੇ ਜਿਸ ਦਾ ਇੱਕ ਵਿਧਾਨ, ਇੱਕ ਪ੍ਰਧਾਨ ਅਤੇ ਇੱਕ ਨਿਸ਼ਾਨ ਹੋਵੇ। ਸੇਖਵਾ ਨੇ ਦੱਸਿਆ ਕਿ ਇਸ ਲਈ ਉਹ ਸੁਖਪਾਲ ਖਹਿਰਾ, ਡਾਕਟਰ ਗਾਂਧੀ, ਬੈਂਸਪਰਾ ਅਤੇ ਹੋਰਨਾਂ ਪਾਰਟੀਆਂ ਨਾਲ ਵੀ ਗੱਲਬਾਤ ਕਰਨਗੇ। मैं समझना कि जो थीम सी वो सारा सरकार बिल्कुल से सुझाव ने ਤੁਹਾਡੇ ਨਾਲ ਸਾਂਝਾ ਕੀਤਾ ਆ। ਪੰਜਾਬ ਦੀ ਜੋ ਅੱਜ ਹਾਲਾਤ ਨੇ ਉਹ ਤੁਸੀਂ ਸਾਰੇ ਜਾਣਦੇ ਹੋ ਔਰ ਕਿੰਨਾ ਲੋਕਾਂ ਨੇ ਇਹ ਹਾਲਾਤ ਕੀਤੇ ਨੇ ਉਹ ਵੀ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ। ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ ਨੂੰ ਉਹ ਇੱਕ ਦੋ ਦਿਨਾਂ ਵਿੱਚ ਢੀਂਡਸਾ ਸਾਹਿਬ ਨਾਲ ਮੀਟਿੰਗ ਕਰਕੇ ਸ਼ੁਰੂਆਤ ਸਾਡੀ ਢੀਂਡਸਾ ਸਾਹਿਬ ਤੋਂ ਹੋਏਗੀ। ਉਹਨਾਂ ਤੋਂ ਬਾਅਦ ਫਿਰ ਜਿਹੜੀਆਂ ਦੂਜੀਆਂ ਪਾਰਟੀਆਂ ਛੋਟੀਆਂ ਨੇ ਉਹਨਾਂ ਨਾਲ ਵੀ ਗੱਲ ਕਰਕੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਵਾਂਗੇ। ਉਹਨਾਂ ਨਾਲ ਸਾਡਾ ਸੰਪਰਕ ਹੈ, ਹੁਣ ਵੀ ਸੰਪਰਕ ਹੈ ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਵੀ ਨਾਲ ਲਵਾਂਗੇ, ਬੈਂਸ ਭਰਾਵਾਂ ਨੂੰ ਵੀ ਨਾਲ ਲਵਾਂਗੇ, ਗਾਂਧੀ ਜੀ ਨੂੰ ਵੀ ਨਾਲ ਲਵਾਂਗੇ। ਇਸ ਤਰ੍ਹਾਂ ਦੇ ਜਿੰਨੇ ਵੀ ਗਰੁੱਪ ਪੰਜਾਬ ਵਿੱਚ ਪੰਜਾਬ ਪੱਖੀ ਨੇ, ਪੰਜਾਬ ਦਾ ਭਲਾ ਚਾਹੁੰਦੇ ਉਹਨਾਂ ਸਾਰਿਆਂ ਨੂੰ
ਸੇਵਾ ਸਿੰਘ ਸੇਖਵਾਂ ਨੇ ਨਵਜੋਤ ਸਿੰਘ ਬਾਰੇ ਵੀ ਇੱਥੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਜਿੰਨਾ ਸਮਾਂ ਉਹ ਕਾਂਗਰਸ ਪਾਰਟੀ 'ਚ ਹਨ ਉਦੋਂ ਤੱਕ ਉਹਨਾਂ ਨਾਲ ਟਕਸਾਲੀ ਅਕਾਲੀ ਦਲ ਕੋਈ ਗੱਲ ਨਹੀਂ ਕਰੇਗਾ, ਪਰ ਜੇਕਰ ਉਹ ਕਾਂਗਰਸ ਪਾਰਟੀ ਤੋਂ ਬਾਹਰ ਆਉਂਦੇ ਹਨ ਤਾਂ ਉਹ ਸਿੱਧੂ ਨੂੰ ਲੈਣ ਜ਼ਰੂਰ ਜਾਣਗੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਉਹ ਬਾਦਲ ਪਰਿਵਾਰ ਦੇ ਖਿਲਾਫ ਨਹੀਂ ਹਨ, ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦੇ ਵਿਰੁੱਧ ਹਨ। ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਨੇ, ਅਸੀਂ ਕਿਸੇ ਕੀਮਤ ਤੇ ਉਹਨਾਂ ਨਾਲ ਕੋਈ ਗੱਲ ਨਹੀਂ ਕਰਾਂਗੇ, ਕਿਉਂਕਿ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਸਮਝਦੇ ਹਾਂ ਕਿ ਉਹਨੇ ਪੰਜਾਬ ਦੀ ਬਰਬਾਦੀ ਕੀਤੀ ਹੈ ਤਾਂ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਵੀ ਬਰਾਬਰ ਦਾ ਹੱਕ ਹੈ। ਜਿੰਨਾ ਚਿਰ ਉਹ ਕਾਂਗਰਸ ਪਾਰਟੀ 'ਚ ਨੇ ਉਹਨਾਂ ਚਿਰ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ, ਲੇਕਿਨ ਜਿਸ ਦਿਨ ਉਹ ਕਾਂਗਰਸ ਪਾਰਟੀ ਤੋਂ ਬਾਹਰ ਆਉਣਗੇ ਅਸੀਂ ਅੱਗੜਵੰਡੀ ਉਹਨਾਂ ਨੂੰ ਲੈਣ ਜਾਵਾਂਗੇ ਪੰਜਾਬ ਦੇ ਤਰੀਕੇ। ਟਕਸਾਲੀ ਅਕਾਲੀ ਦਲ ਵੱਲੋਂ ਭਾਵੇਂ ਹੁਣ ਵਿਧਾਨ ਸਭਾ ਚੋਣਾਂ ਲਈ ਪੂਰੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ, ਪਰ ਵਿਧਾਨ ਸਭਾ ਚੋਣਾਂ 'ਚ ਲੋਕ ਟਕਸਾਲੀਆਂ ਨੂੰ ਕਿੰਨਾ ਕੁ ਹੁੰਗਾਰਾ ਦੇਣਗੇ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ। ਬਿਊਰੋ ਰਿਪੋਰਟ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅੱਜ ਹਰ ਕਿਸੇ ਨੂੰ ਰਾਜਨੀਤੀ ਕਰਨ ਦਾ ਹੱਕ ਹੈ। ਚੀਮਾ ਨੇ ਕਿਹਾ ਕਿ ਪਹਿਲਾਂ ਲੰਮਾ ਸਮਾਂ ਘਰ 'ਚ ਬੈਠੇ ਰਹਿਣਾ, ਫਿਰ ਬਾਹਰ ਨਿਕਲ ਕੇ ਪ੍ਰੈਸ ਕਾਨਫਰੰਸਾਂ ਕਰਨ ਨਾਲ ਕੁਝ ਨਹੀਂ ਹੋਣਾ। ਉਹਨਾਂ ਕਿਹਾ ਕਿ ਬੇਸ਼ੱਕ ਉਹ ਤੀਜਾ ਫਰੰਟ ਬਣਾਉਣ ਭਾਵੇਂ ਚੌਥਾ, ਇਸ ਦੇ ਲਈ ਟਕਸਾਲੀਆਂ ਨੂੰ ਮਿਹਨਤ ਤਾਂ ਕਰਨੀ ਹੀ ਪਵੇਗੀ। ਚੀਮਾ ਨੇ ਕਿਹਾ ਕਿ ਟਕਸਾਲੀ ਪਹਿਲਾਂ ਹੀ ਦਾਅਵਾ ਕਰ ਰਹੇ ਹਨ ਕਿ ਉਹ ਕਿਸ ਨੂੰ ਸ਼ਾਮਲ ਕਰਨਗੇ ਅਤੇ ਕਿਸ ਨੂੰ ਨਹੀਂ। ਦੇਖੋ, ਗੱਲ ਇਹ ਹੈ ਕਿ ਰਾਜਨੀਤੀ ਕਰਨ ਦਾ ਸਾਰਿਆਂ ਨੂੰ ਹੱਕ ਹੈ। ਇਸ ਕਰਕੇ ਸਾਨੂੰ ਉਹਨਾਂ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਹੈ। ਭਾਵੇਂ ਤੀਜਾ ਫਰੰਟ ਬਣਾਉਣ, ਭਾਵੇਂ ਚੌਥਾ ਫਰੰਟ ਬਣਾਉਣ, ਪਰ ਉਹਦੇ ਵਾਸਤੇ ਮਿਹਨਤ ਉਹਨਾਂ ਨੂੰ ਕਰਨੀ ਪੈਣੀ। ਇਸ ਤਰੀਕੇ ਨਹੀਂ ਜੇ ਕੋਈ ਮੁਸੀਬਤ ਪੈ ਜਾਏ ਤੇ 3 ਮਹੀਨੇ ਗਾਇਬ ਹੋ ਜਾਓ ਤੇ ਹੁਣ ਸੋਚੋ ਕਿ ਮਾੜੀ ਮੋਟੀ ਧੁੱਪ ਚੜੀ ਹੈ ਤੇ ਚਲੋ ਪ੍ਰੈਸ ਕਾਨਫਰੰਸ ਕਰੀਏ। ਇੱਦਾਂ ਕੰਮ ਨਹੀਂ ਚੱਲਣਾ, ਟਾਈਮ ਥੋੜਾ ਰਹਿ ਗਿਆ। ਉਹਦੇ ਵਾਸਤੇ ਮਿਹਨਤ ਵੀ ਇਹਨਾਂ ਨੂੰ ਜਿਹੜੀ ਹੈ ਉਸੇ ਤਰ੍ਹਾਂ ਕਰਨੀ ਪੈਣੀ। ਬਾਕੀ ਜਿਸ ਤਰ੍ਹਾਂ ਦੇ ਕਮੈਂਟ ਕਰਦੇ ਪਏ ਉਹਨਾਂ ਦੇ ਹੌਸਲੇ ਦੀ ਤਾਂ ਮੈਂ ਦਾਤ ਜ਼ਰੂਰ ਦੇਣਾ, ਕਿਉਂਕਿ ਇੰਨੇ ਹੌਸਲੇ ਨਾਲ ਕਹਿਣਾ ਵੀ ਕਿਹਨੂੰ ਅਸੀਂ ਸ਼ਾਮਲ ਕਰਾਵਾਂਗੇ ਕਿਹਨੂੰ ਨਹੀਂ ਕਰਾਵਾਂਗੇ, ਪਹਿਲਾਂ ਪੁੱਛ ਤਾਂ ਲਓ ਵੀ ਕੋਈ ਸ਼ਾਮਲ ਹੋਣ 'ਚ ਤੁਹਾਡੇ ਵਾਸਤੇ ਤਿਆਰ ਵੀ ਹੈ ਕਿ ਨਹੀਂ ਹੈ। ਅੱਜ ਤੱਕ ਜਿੰਨੇ ਬੰਦੇ ਇਹ ਗਏ ਸੀ, ਇੱਕ ਵੀ ਬੰਦਾ ਇਹਨਾਂ ਦੇ ਨਾਲ ਕਿਸੇ ਪਾਸਿਓਂ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਜੁੜਿਆ। ਇਸ ਕਰਕੇ ਕੀ ਇਹਨਾਂ ਨੇ ਅਗਵਾਈ ਕਰਨੀ ਹੈ ਕੀ ਨਹੀਂ ਕਰਨੀ ਉਹ ਸਾਰੀ ਦੁਨੀਆ ਨੂੰ ਪਤਾ, ਪਰ ਡੈਮੋਕ੍ਰੇਸੀ ਦੇ ਵਿੱਚ ਹੱਕ ਹੈ ਸਾਰਿਆਂ ਨੂੰ ਕਿ ਜਿਵੇਂ ਮਰਜ਼ੀ ਕੋਈ ਦਮਗੇ ਜੇ ਮਾਰੇ। ਅਲਟੀਮੇਟਲੀ ਜਦੋਂ ਮੌਕਾ ਆਏਗਾ ਉਦੋਂ ਜਨਤਾ ਨੇ ਬੜਾ ਕੁਝ ਸੋਚ ਕੇ ਫੈਸਲਾ ਕਰਨਾ। ਮੈਂ ਤਾਂ ਇਹ ਕਹਿ ਰਿਹਾ ਨਾ ਕਿ ਇਹਨਾਂ ਦੇ ਹੌਸਲੇ ਦੀ ਤਾਂ ਦਾਤ ਨਹੀਂ ਬਣਦੀ ਕਿ ਹਰ ਬੰਦੇ ਬਾਰੇ ਉਹ ਸੋਚੀ ਬੈਠੇ ਆ ਵੀ ਅਸੀਂ ਆਪਣੀ ਮਰਜ਼ੀ ਦੇ ਨਾਲ ਦੇਖਾਂਗੇ ਵੀ ਲੈਣਾ ਕਿ ਨਹੀਂ ਲੈਣਾ। ਇਸ ਕਰਕੇ ਚਲੋ ਕੌਨਫੀਡੈਂਸ ਤਾਂ ਹੈ, ਇਹ ਗੱਲ ਤਾਂ ਮੰਨਣੀ ਪਊਗੀ। ਬਾਕੀ ਇਹ ਤਾਂ ਸਿੱਧੂ ਸਾਹਿਬ ਨੂੰ ਪੁੱਛੋ ਵੀ ਹੁਣ ਤੁਹਾਡੇ ਬਾਰੇ ਉਹਨਾਂ ਨੇ ਇੱਦਾਂ ਕਿਹਾ ਤੇ ਉਹਨਾਂ ਦਾ ਕੀ ਵਿਚਾਰ ਹੈ। ਇਸ ਕਰਕੇ ਸਾਨੂੰ ਤਾਂ ਕੋਈ ਨਹੀਂ, ਇਹ ਉੱਧਰ ਚਲੇ ਜਾਣ ਉਹ ਇੱਧਰ ਚਲੇ ਜਾਣ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੂੰ ਕਾਂਗਰਸ ਨੇ ਡਿਊਟੀ ਦਿੱਤੀ ਹੈ, ਉਹ ਜਿਹੜੀ ਹੈ ਤਨਦੇਹੀ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਾ, ਕਿਉਂਕਿ ਹਮੇਸ਼ਾ ਹੀ ਕਾਂਗਰਸ ਪਾਰਟੀ ਵੱਲੋਂ ਇਹੋ ਜਿਹੀ ਇੱਕ ਅੱਧੀ ਧਿਰ ਖੜੀ ਕਰਕੇ ਤੇ ਉਹਨੂੰ ਇਹ ਟਾਸਕ ਦਿੱਤਾ ਜਾਂਦਾ ਹੈ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰੋਧਤਾ ਕਰੋ। ਇਸ ਕਰਕੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਲੱਗੀ ਹੈ, ਪਰ ਫੈਸਲਾ ਸੰਗਤ ਨੇ ਕਰਨਾ। ਸੰਗਤ ਨੇ ਕਦੀ ਵੀ ਜਿਹਨਾਂ ਦੀ ਕਾਂਗਰਸ ਦੇ ਨਾਲ ਸਾਂਝ ਹੈ, ਜਿਹੜੇ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ ਕਾਂਗਰਸ ਦੀਆਂ ਵਿਸਾਖੀਆਂ ਤੇ ਪਲਦੇ ਆ, ਕਦੀ ਵੀ ਸੰਗਤ ਨੇ ਉਹਨਾਂ ਲੋਕਾਂ ਨੂੰ ਮੂੰਹ ਨਹੀਂ ਲਾਇਆ। ਉੱਤਰ ਪ੍ਰਦੇਸ਼ ਵਿੱਚ ਸਿੱਖਾਂ ਦੇ ਨਾਲ ਲੋਕਾਂ ਵੱਲੋਂ ਕੀਤੀ ਧੱਕੇਸ਼ਾਹੀ ਦਾ ਮਾਮਲਾ ਭਖਦਾ ਜਾ ਰਿਹਾ ਹੈ, ਜਿਸ ਕਰਕੇ ਸਿੱਖਾਂ ਵਿੱਚ ਭਾਰੀ ਰੋਸ ਦਿਖਾਈ ਦੇ ਰਿਹਾ ਹੈ। ਦਰਅਸਲ ਇੱਥੇ ਇੱਕ ਭਾਈਚਾਰੇ ਵੱਲੋਂ ਸਿੱਖਾਂ ਨੂੰ ਕਬਜ਼ੇ ਵਾਲੀ ਜ਼ਮੀਨ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਉੱਥੇ ਸਿੱਖਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹਨਾਂ ਅਕਾਲੀ ਦਲ ਪਾਰਟੀ ਦੀ ਮੀਟਿੰਗ ਦੌਰਾਨ ਇਸ ਮਸਲੇ ਬਾਰੇ ਵਿਚਾਰ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੂੰ ਅਸੀਂ ਲਿਖਤੀ ਪੱਤਰ ਵੀ ਭੇਜਿਆ ਕਿ ਇੱਥੇ ਸਿੱਖਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ ਤੇ ਇਸ ਮਸਲੇ ਵੱਲ ਖਾਸ ਧਿਆਨ ਦਿੱਤਾ ਜਾਵੇ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਸਿੱਖ ਕਿਸਾਨ ਪਰਿਵਾਰ ਆ,
ਉਹਨਾਂ ਦੇ ਸਿੱਖ ਸੰਗਠਨ ਦੇ ਪ੍ਰਧਾਨ ਜਸਵੀਰ ਸਿੰਘ ਵਿਰਕ ਦਾ ਟੈਲੀਫੋਨ ਵੀ ਆਇਆ ਸੀ, ਲੈਟਰ ਵੀ ਆਇਆ ਸੀ, ਔਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਅਸੀਂ ਵਿਚਾਰਿਆ ਸੀ ਔਰ ਫੈਸਲਾ ਕੀਤਾ ਪਾਰਟੀ ਨੇ। ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਵੀ ਕੀਮਤ ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਿੱਖ ਕਿਸਾਨ ਪਰਿਵਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਉੱਜੜ ਨਹੀਂ ਦਿੱਤਾ ਜਾਏਗਾ। ਉਹਨਾਂ ਦੀਆਂ ਕਾਬਜ਼ ਜ਼ਮੀਨਾਂ ਤੋਂ ਉਹਨਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਏਗਾ। ਮੁੱਖ ਮੰਤਰੀ ਸ਼੍ਰੀ ਨਿਤਿਨਨਾਥ ਯੋਗੀ ਜੀ ਨੂੰ ਪਾਰਟੀ ਵੱਲੋਂ ਅਸੀਂ ਪੱਤਰ ਲਿਖ ਕੇ ਵੀ ਉਹਨਾਂ ਦੀ ਸਾਰੀ ਸਥਿਤੀ ਤੋਂ ਜਾਣੂ ਕਰਾਇਆ। ਟੈਲੀਫੋਨ ਤੇ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਔਰ ਪਾਰਟੀ ਦੀ ਕੋਰ ਕਮੇਟੀ ਵਿੱਚ ਸਾਡੀ ਇੱਕ ਉੱਚ ਪੱਧਰੀ ਡੈਲੀਗੇਸ਼ਨ ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੂੰ ਮਿਲ ਕੇ ਜਾਣ ਦਾ ਫੈਸਲਾ ਕੀਤਾ। ਉਹਦੇ 'ਚ ਮੇਰਾ ਨਾਮ ਭੁੰਦੜ ਸਾਹਿਬ ਦਾ ਤੇ ਨਰੇਸ਼ ਗੁਜਰਾਲ ਜੀ ਦਾ। ਅਸੀਂ ਸਮਾਂ ਮੰਗਿਆ, ਉਹਨਾਂ ਨੇ ਅਗਲੇ ਹਫ਼ਤੇ ਕਿਹਾ ਵੀ ਅਸੀਂ ਅਗਲੇ ਹਫ਼ਤੇ ਤੁਹਾਨੂੰ ਸਮਾਂ ਦੇਵਾਂਗੇ। ਕਰੋਨਾ ਦੀ ਮਹਾਮਾਰੀ ਨਾਲ ਜੂਝਣ ਕਰਕੇ ਗਾਈਡਲਾਈਨਸ ਕਰਕੇ ਅਜੇ ਡੈਪੂਟੇਸ਼ਨ ਮਿਲਣੇ ਬੰਦ ਕੀਤੇ ਹੋਏ ਨੇ, ਪਰ ਜਦੋਂ ਵੀ ਉਹਨਾਂ ਨੇ ਸਮਾਂ ਦਿੱਤਾ ਅਸੀਂ ਮਿਲ ਕੇ ਵੀ ਸਥਿਤੀ ਤੋਂ ਜਾਣੂ ਕਰਾਵਾਂਗੇ ਔਰ ਲੋੜ ਪਈ ਤਾਂ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਤੱਕ ਵੀ ਪਹੁੰਚ ਕਰਾਂਗੇ, ਕਿਉਂਕਿ ਇਹ ਇੱਕ ਬਹੁਤ ਵੱਡਾ ਨਿਆਂ ਹੈ, ਬਹੁਤ ਵੱਡੀ ਬੇਇਨਸਾਫੀ ਹੋਏਗੀ। 70 ਸਾਲਾਂ ਤੋਂ ਬੈਠੇ ਲੋਕਾਂ ਨੂੰ ਉਹਨਾਂ ਦੇ ਜ਼ਮੀਨਾਂ ਤੋਂ ਉਠਾਉਣਾ। ਲੁਧਿਆਣਾ ਦੇ ਨਵੇਂ ਬਣੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਲੁਧਿਆਣਾ ਦੇ ਸਾਬਕਾ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਨਵੇਂ ਬਣੇ ਡੀਸੀ ਨੂੰ ਰਸਮੀ ਤੌਰ ਤੇ ਅਹੁਦਾ ਸੰਭਲਵਾਇਆ। ਇਸ ਦੌਰਾਨ ਦਰਜਨਾਂ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ। ਉਹਨਾਂ ਨੂੰ ਗਾਰਡ ਆਫ ਆਨਰ ਨਾਲ ਵੀ ਸਨਮਾਨਿਤ ਕੀਤਾ ਗਿਆ। ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਇਸ ਗੱਲ ਲਈ ਧੰਨਵਾਦ ਕਰਦਾ ਕਿ ਮੈਨੂੰ ਇਸ ਮਹੱਤਵਪੂਰਨ ਜ਼ਿਲ੍ਹੇ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਮੈਂ ਆਪ ਦੇ ਵੱਲੋਂ ਪੂਰਾ ਜੋ ਮੈਨੂੰ ਡਿਊਟੀ ਦਿੱਤੀ ਗਈ ਹੈ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰੂੰਗਾ। ਖਾਸ ਕਰ ਹੁਣ ਦੇ ਜਿਹੜੇ ਵਿਸ਼ੇਸ਼ ਹਾਲਾਤ ਕੋਵਿਡ ਮਹਾਮਾਰੀ ਦੇ ਚੱਲ ਰਹੇ ਨੇ, ਉਹਨਾਂ ਵਿਸ਼ੇਸ਼ ਹਾਲਾਤਾਂ ਦੇ ਵਿੱਚ ਜੋ ਵੀ ਕੋਈ ਕਦਮਾਂ ਦੀ ਲੋੜ ਹੋਏਗੀ ਉਹ ਸਭ ਤੋਂ ਜ਼ਿਆਦਾ ਟੌਪ ਪ੍ਰਾਇੋਰਟੀ ਹੋਣਗੇ। ਇੱਥੇ ਆਉਣ ਤੋਂ ਪਹਿਲਾਂ ਮੈਂ ਡਿਟੇਲਡ 1 ਘੰਟੇ ਦੀ ਮੀਟਿੰਗ ਕੀਤੀ ਹੈ ਮਾਨਯੋਗ ਪ੍ਰਦੀਪ ਅਗਰਵਾਲ ਸਾਹਿਬ ਨਾਲ, ਜਿਹੜੇ ਕਿ ਮੇਰੇ ਸੀਨੀਅਰ ਕੁਲੀਗ ਨੇ, ਪਰ ਉਹਨਾਂ ਨੇ ਮੈਨੂੰ ਜਿਹੜੇ ਲੁਧਿਆਣੇ ਦੇ ਬੜੇ ਇੰਪੋਰਟੈਂਟ ਪ੍ਰੋਜੈਕਟਸ ਨੇ ਉਹਨਾਂ ਦੇ ਬਾਰੇ ਬਰੀਫ ਕੀਤਾ ਹੈਗਾ, ਕਿਉਂਕਿ ਸਰ ਦਾ ਜਿਹੜਾ ਹੁਣ ਤੱਕ ਦਾ ਬੜਾ ਇਲਸਟ੍ਰੀਅਸ ਕੈਰੀਅਰ ਰਿਹਾ ਹੈਗਾ ਔਰ ਉਹਨਾਂ ਨੇ ਬੜੀ ਮਿਹਨਤ ਨਾਲ ਜਿਹੜੇ ਪ੍ਰੋਜੈਕਟਸ ਨੂੰ ਹੁਣ ਤੱਕ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਉਹ ਲਿਖੇ ਨੇ ਔਰ ਵੱਖ-ਵੱਖ ਸਟੇਜਾਂ 'ਤੇ ਨੇ। ਉਹਨਾਂ 'ਚੋਂ ਕੁਛ ਦੀ ਜਿਹੜੀ ਮੇਨ ਦੀ ਲਿਸਟ ਉਹਨਾਂ ਵੱਲੋਂ ਮੈਨੂੰ ਦਿੱਤੀ ਗਈ ਹੈ। ਇਟਸ ਟੂ ਲੌਂਗ, ਪਰ ਜਿਹੜੇ ਮੇਨ ਫੋਕਸ ਵਾਲੀ ਗੱਲ ਹੈਗੀ ਹੈ, ਰਿੰਗ ਰੋਡ ਦਾ ਮੈਨੂੰ ਦੱਸਿਆ ਗਿਆ, ਹਲਵਾਰਾ ਏਅਰਪੋਰਟ ਦਾ ਹੈਗਾ, ਨੈਸ਼ਨਲ ਹਾਈਵੇਜ਼ ਦੇ ਕਈ ਪ੍ਰੋਜੈਕਟਸ ਹੈਗੇ ਨੇ, CTPs ਦੇ ਜਿਹੜੇ ਪ੍ਰੋਜੈਕਟਸ ਹੈਗੇ ਨੇ, ਬੁੱਢੇ ਨਾਲੇ ਦੀ ਕਲੀਨਿੰਗ ਦਾ ਇਸ਼ੂ ਹੈ, ਸਾਈਕਲ ਵੈਲੀ ਨੂੰ ਜਲਦੀ ਤੋਂ ਜਲਦੀ ਚਾਲੂ ਕਰਾਉਣਾ ਔਰ ਸਮਾਰਟ ਸਿਟੀ ਦੇ ਤਹਿਤ ਜਿੰਨੇ ਵੀ ਸ਼ਹਿਰ ਦੇ ਵਿਕਾਸ ਦੇ ਕੰਮ ਨੇ। ਇਸ ਤੋਂ ਇਲਾਵਾ ਲੁਧਿਆਣਾ ਇੰਡਸਟਰੀਅਲ ਪਾਰਕ ਹੈ, ਡੈਡੀਕੇਟਡ ਫਰੇਟ ਕੋਰੀਡੋਰ ਹੈ, ਸਮਾਰਟ ਵਿਲੇਜ ਔਰ ਅਰਬਨ ਇਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਦੇ ਜਿਹੜੇ ਰਨਿੰਗ ਪਹਿਲਾਂ ਤੋਂ ਹੀ ਸਕੀਮਾਂ ਹੈਗੀਆਂ ਨੇ, ਕਿਉਂਕਿ ਹੁਣ ਲਾਕਡਾਊਨ ਖੁੱਲ੍ਹ ਚੁੱਕਿਆ ਹੈ ਔਰ ਕੰਸਟਰਕਸ਼ਨ ਐਕਟੀਵਿਟੀਜ਼ ਅਲਾਊਡ ਨੇ, ਆਫਿਸਿਸ ਵੀ ਅਲਾਊਡ ਨੇ। ਸਾਡੀ ਕੋਸ਼ਿਸ਼ ਹੋਏਗੀ ਕਿ ਜਿੱਥੇ ਅਸੀਂ ਕੋਵਿਡ ਮਹਾਮਾਰੀ ਦੇ ਅਗੇਂਸਟ ਲੋਕਾਂ ਨੂੰ ਜਾਗਰੂਕ ਵੀ ਕਰਨਾ, ਮਿਸ਼ਨ ਫਤਿਹ ਨੂੰ ਟੌਪ ਪ੍ਰਾਇੋਰਟੀ ਦੇਣੀ ਹੈ, ਬਟ ਐਟ ਦਾ ਸੇਮ ਟਾਈਮ ਜਿਹੜੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਪ੍ਰੋਜੈਕਟਸ ਨੇ ਉਹਨਾਂ ਨੂੰ ਪੂਰੀ ਤਰਜੀਹ ਦਿੱਤੀ ਜਾਏਗੀ। ਔਰ ਮੈਂ ਇੱਕ ਗੱਲ ਵਾਜ਼ੇ ਕਰ ਦੇਵਾਂ ਕਿ ਪ੍ਰਦੀਪ ਅਗਰਵਾਲ ਸਰ, ਕਿਉਂਕਿ ਹੀ ਹੈਜ਼ ਬੀਨ ਆਲਵੇਜ਼ ਐਨ ਇੰਸਪੀਰੇਸ਼ਨ। ਜਦੋਂ ਮੇਰੀ ਸਿਲੈਕਸ਼ਨ ਹੋਈ ਹੈ ਉਸ ਵੇਲੇ ਮੇਰੀ ਰਿਹਾਇਸ਼ ਉਹਨਾਂ ਦਿਨਾਂ 'ਚ ਦੋ ਮੇਰਾ ਨੇਟਿਵ ਜ਼ਿਲ੍ਹਾ ਮੋਹਾਲੀ ਹੈਗਾ, ਬਟ ਨੌਕਰੀ ਦੀ ਵਜ੍ਹਾ ਕਰਕੇ ਮੇਰੀ ਉਸ ਸਮੇਂ ਜਿਹੜੀ 2009 ਦੇ ਵਿੱਚ ਰਿਹਾਇਸ਼ ਜਿਹੜੀ ਸੰਗਰੂਰ ਸੀ। ਔਰ ਟੂ ਮਾਈ ਗੁੱਡ ਲੱਕ ਜਾਂ ਕੋਇੰਸੀਡੈਂਸ ਕਹਿ ਲਓ ਕਿ ਉਸ ਸਮੇਂ ਫਸਟ ਟਾਈਮ SDM ਲੱਗ ਕੇ ਸ਼੍ਰੀ ਪ੍ਰਦੀਪ ਅਗਰਵਾਲ ਜੀ ਉੱਥੇ ਤੈਨਾਤ ਸੀਗੇ ਸੰਗਰੂਰ 'ਚ, ਔਰ ਉਹ ਪਹਿਲੇ ਸ਼ਖਸ ਸੀਗੇ ਜਿਨ੍ਹਾਂ ਨੇ ਮੈਨੂੰ ਉੱਥੇ ਸਨਮਾਨਿਤ ਕੀਤਾ ਸੀ।
ਆਈ ਫੀਲ ਆਨਰਡ ਕਿ ਅੱਜ ਉਹਨਾਂ ਤੋਂ ਬੈਟਨ ਜਿਹੜੀ ਹੈਗੀ ਹੈ ਮੈਨੂੰ ਲੈਣ ਦਾ ਇੱਥੇ ਮੌਕਾ ਮਿਲਿਆ। ਔਰ ਬਿਕੋਜ਼ ਉਹਨਾਂ ਨੇ ਕਾਫੀ ਇੱਥੇ 3.25 ਸਾਲ ਬਹੁਤ ਮਿਹਨਤ ਕੀਤੀ ਹੈ। ਦੋ ਇਟਸ ਵੈਰੀ ਡਿਫਿਕਲਟ ਟੂ ਫਿਟ ਇਨਟੂ ਹਿਸ ਸ਼ੂਜ਼। ਉਹਨਾਂ ਨੇ ਕਾਫੀ ਮਿਹਨਤ ਨਾਲ ਆਪਦਾ ਇੱਥੇ ਅੱਛਾ ਕੰਮ ਕੀਤਾ, ਬਟ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿਹੜੀ ਉਹਨਾਂ ਨੇ ਪਿਰਤ ਪਾਈ ਹੈ ਮੈਂ ਉਹਦੇ ਨਾਲ ਇਨਸਾਫ ਕਰ ਸਕਾਂ ਅਤੇ ਉਹਨਾਂ ਵੱਲੋਂ ਜਿਹੜੇ ਪ੍ਰੋਜੈਕਟਸ ਉਲੀਕੇ ਗਏ ਨੇ ਔਰ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਅਸੀਂ ਹੋਰ ਅੱਗੇ ਲੈ ਕੇ ਜਾ ਸਕੀਏ। ਔਰ ਇਹਦੇ ਲਈ ਪਹਿਲਾਂ ਹੀ ਕਿਉਂਕਿ ਸਾਰੇ ਪੰਜਾਬ 'ਚ ਪਤਾ ਹੁੰਦਾ ਹੈ ਕਿ ਕਿਹੜੇ ਜ਼ਿਲ੍ਹੇ 'ਚ ਕਿਵੇਂ ਹੈ, ਇੱਥੇ ਬਹੁਤ ਹੀ ਕੰਪੀਟੈਂਟ ਆਫਿਸਰਸ ਦੀ ਪਹਿਲਾਂ ਹੀ ਟੀਮ ਹੈਗੀ ਹੈ। ADC ਸਾਹਿਬਾਨ ਤੁਹਾਡੇ ਸਾਹਮਣੇ ਖੜੇ ਹੈ, GA ਸਾਹਿਬ ਔਰ SDM ਸਾਹਿਬਾਨ ਸਾਰੇ ਹੈਗੇ ਆ। ਸਾਰਿਆਂ ਨੂੰ ਐਜ਼ ਏ ਟੀਮ ਲੈ ਕੇ, ਇਸ ਤੋਂ ਇਲਾਵਾ ਡਾਕਟਰਸ, ਅਲੱਗ-ਅਲੱਗ ਮਹਿਕਮੇ, ਚਾਹੇ ਉਹ ਪੁਲਿਸ ਵਿਭਾਗ ਹੋਏ ਜਿਸ 'ਚ CP ਸਾਹਿਬ ਨੇ ਉਹਨਾਂ ਨੂੰ ਵੀ ਮੈਂ ਕਾਲ ਔਨ ਕਰਨਾ, ਤਿੰਨੇ ਸਾਡੇ SSP ਸਾਹਿਬਾਨ ਨੇ, ਸਾਰਿਆਂ ਨੂੰ ਐਜ਼ ਏ ਟੀਮ ਨਾਲ ਲੈ ਕੇ ਔਰ ਜਿਹੜੀ ਸਰਕਾਰ ਦੀਆਂ ਨੀਤੀਆਂ ਨੇ, ਪੋਲੀਟੀਕਲ ਲੀਡਰਸ਼ਿਪ ਦੀਆਂ ਜੋ ਵੀ ਨੀਤੀਆਂ ਨੇ ਉਹ ਸਾਰਿਆਂ ਦੀ ਸਲਾਹ ਮਸ਼ਵਰੇ ਨਾਲ, ਲੋਕ ਰਾਏ ਦੇ ਨਾਲ ਸਾਰਾ ਅਸੀਂ ਅੱਗੇ ਲਿਜਾ ਕੇ ਸਾਰਿਆਂ ਨੂੰ ਸੈਟੀਸਫਾਈ ਕਰਨ ਦੀ ਔਰ ਸਹੀ ਤਰੀਕੇ ਨਾਲ ਜਿਹੜਾ ਪ੍ਰਦੀਪ ਸਰ ਨੇ ਪਹਿਲਾਂ ਤੋਂ ਹੀ ਆਰੰਭਿਆ ਹੋਇਆ ਕੰਮ, ਕਿਉਂਕਿ ਉਹਨਾਂ ਦਾ ਬੜਾ ਸਟੇਬਲ ਟੈਨਿਓਰ ਹੋਣ ਕਰਕੇ ਬੜੀ ਸਟੇਬਲੀ ਸਾਰਾ ਕੰਮ ਚੱਲ ਰਿਹਾ। ਮੇਰੀ ਵੀ ਕੋਸ਼ਿਸ਼ ਇਹ ਹੋਏਗੀ ਕਿ ਨਿਰਵਿਘਨ ਕੰਮ ਇੱਦਾਂ ਹੀ ਚਾਲੂ ਰਹੇ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। Ashoka Tandoori Range. Enjoy the Indian taste. Ashoka Tandoori Range. Enjoy the Indian taste. ਵਿਵਾਦਾਂ 'ਚ ਚੱਲ ਰਹੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਹੁਣ ਤਾਂ ਹਰ ਦਿਨ ਵਿਵਾਦਾਂ 'ਚ ਘਿਰਿਆ ਨਜ਼ਰ ਆਉਂਦਾ ਹੈ। ਹੁਣ ਉਸ ਵੱਲੋਂ ਪੱਤਰਕਾਰਾਂ ਲਈ ਜੋ ਭਾਸ਼ਾ ਵਰਤੀ ਗਈ ਹੈ ਉਸ ਦੀ ਨਾ ਸਿਰਫ ਨਿੰਦਿਆ ਕੀਤੀ ਜਾ ਰਹੀ ਹੈ, ਬਲਕਿ ਪੱਤਰਕਾਰਾਂ ਵੱਲੋਂ DGP ਦਿਨਕਰ ਗੁਪਤਾ ਨੂੰ ਕਾਰਵਾਈ ਲਈ ਮੰਗ ਪੱਤਰ ਵੀ ਸੌਂਪਿਆ ਗਿਆ। ਕੁੱਤੇ ਕੰਮ ਕਰਦੇ ਜੋ ਖਬਰਾਂ ਲਾਉਂਦਾ ਇਹਨਾਂ ਨੂੰ ਕਮੈਂਟਾਂ ਦੇ ਵਿੱਚ, ਲਾਈਕਾਂ ਦੇ ਵਿੱਚ ਇਹਨਾਂ ਦੀ ਚੰਗੀ ਸੇਵਾ ਪਾਣੀ ਕਰਿਆ ਕਰੋ ਹਰੇਕ ਖਬਰ ਦੇ ਵਿੱਚ। ਤੇ ਹੁਣ ਮੈਂ ਤੁਹਾਨੂੰ ਚੈਨਲ ਦੇ ਹਿਸਾਬ ਨਾਲ ਕਹਿਣਾ ਵੀ ਤਕੜੇ ਹੋ ਕੇ ਖਬਰ ਲਾਇਓ, ਜਿਹੜੀ ਲਾਉਣੀ ਹੋਈ ਤੁਹਾਡੇ ਜੂਤ ਬਹੁਤ ਫਿਰਨਾ ਐਤਕੀ। ਵਿਵਾਦ ਦਾ ਦੂਜਾ ਨਾਮ ਸਿੱਧੂ ਮੂਸੇਵਾਲਾ। ਇਹ ਨੇ ਜਨਾਬ ਸਿੱਧੂ ਮੂਸੇਵਾਲਾ, ਜਿਨ੍ਹਾਂ ਨੂੰ ਤੁਸੀਂ ਦੇਖ ਹੀ ਲਿਆ ਹੋਣਾ ਕਿ ਪਰਚਾ ਦਰਜ ਹੋਣ ਤੋਂ ਬਾਅਦ ਪੱਤਰਕਾਰ ਭਾਈਚਾਰੇ ਨੂੰ ਨਾ ਸਿਰਫ ਗਲਤ ਸ਼ਬਦਾਵਲੀ ਬੋਲ ਰਿਹਾ, ਬਲਕਿ ਸ਼ਰੇਆਮ ਚੈਨਲਾਂ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਵੀ ਦੇ ਰਿਹਾ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਰਨਾਮਿਆਂ ਨੂੰ ਮੀਡੀਆ ਵੱਲੋਂ ਉਜਾਗਰ ਕੀਤਾ ਜਾਂਦਾ ਹੈ, ਜਿਸ ਤੋਂ ਭੜਕ ਕੇ ਸਿੱਧੂ ਮੂਸੇਵਾਲਾ ਮੀਡੀਆ ਨੂੰ ਧਮਕੀਆਂ ਦੇ ਰਿਹਾ। ਆਪਦਾ ਕੰਮ ਕਰਿਆ ਕਰੋ, ਠੀਕ ਹੈ ਨਾ। ਤੁਹਾਡੀ ਦੁੱਖੀ ਦੀਆਂ ਖਬਰਾਂ ਨਾਲ ਕੋਈ ਕਿਸੇ ਨੂੰ ਕੋਈ ਫਰਕ ਪੈਣ ਲੱਗਿਆ ਨਾ ਕਦੇ ਪਵੇ। ਤੇ ਮੈਂ ਤੁਹਾਨੂੰ ਵੀ ਇਹ ਗੱਲ ਕਹਿਣਾ ਬਾਈ, ਠੀਕ ਹੈ ਨਾ, ਜਿੰਨੇ ਮੈਨੂੰ ਚਾਹੁੰਦੇ ਹੋ, ਜਿੰਨੇ ਮੈਨੂੰ ਪਿਆਰ ਕਰਦੇ ਹੋ, ਠੀਕ ਹੈ, ਆਪਾਂ ਕਿਸੇ ਦਾ ਬੁਰਾ ਨਹੀਂ ਚਾਹੁੰਦੇ, ਠੀਕ ਹੈ। ਆਪਾਂ ਕਹਿੰਦੇ ਵੀ ਸਾਰੇ ਜਣੇ ਤਰੱਕੀ ਕਰਨ, ਵਧਣ ਫੁੱਲਣਾ। ਵਾਹਿਗੁਰੂ ਸਾਰਿਆਂ ਦੇ ਸਿਰ ਤੇ ਹੱਥ ਭਰੇ, ਮਿਹਰ ਭਰੇ ਹੱਥ ਰੱਖੇ ਤੇ ਸਾਰੇ ਆਪੋ ਆਪਣਾ ਕੰਮ ਤੇ ਰੋਟੀ ਸੌਖੀ ਖਾਣ, ਹਨਾ। ਆਪਣੀ ਦੁਆ ਹੈ ਸਾਰਿਆਂ ਦੇ। ਪਰ ਜਿਹੜਾ ਕੁੱਤੇ ਕੰਮ ਕਰਦਾ ਜੋ ਖਬਰਾਂ ਲਾਉਂਦਾ ਇਹਨਾਂ ਨੂੰ ਕਮੈਂਟਾਂ ਦੇ ਵਿੱਚ, ਲਾਈਕਾਂ ਦੇ ਵਿੱਚ ਇਹਨਾਂ ਦੀ ਚੰਗੀ ਸੇਵਾ ਪਾਣੀ ਕਰਿਆ ਕਰੋ ਹਰੇਕ ਖਬਰ ਦੇ ਵਿੱਚ, ਤਾਂ ਜੋ ਇਹਨਾਂ ਨੂੰ ਮਾੜੀ ਮੋਟੀ ਹੈਗਾ ਤਾਂ ਇਹ ਬੇਸ਼ਰਮੀ ਨੇ ਇਹੀ ਕੰਮ ਹੀ ਭਾਲਦੇ ਨੇ ਵੀ ਸਾਨੂੰ ਥੋੜ੍ਹੇ ਚੈਨਲ ਚੁਣਨ ਤੇ। ਜੇ ਹੁਣ ਆਪਾਂ ਨਾਮ ਵੀ ਲੈ ਲਈਏ ਕਿਸੇ ਚੈਨਲ ਦਾ, ਸਾਲੇ ਇਸ ਗੱਲ 'ਤੇ ਖੁਸ਼ ਹੋਣਗੇ, ਹਾਂ ਸਾਡਾ ਸਿੱਧੂ ਨੇ ਨਾਮ ਲੈਤਾ, ਸਾਨੂੰ 4 ਬੰਦੇ ਜਾਣਨ ਲੱਗ ਗਏ। ਤੇ ਇਹਨਾਂ ਗੱਲਾਂ ਨੂੰ ਛੱਡ ਕੇ ਮੇਰਾ ਵੀ ਇਹਨਾਂ ਦੀ ਚੰਗੀ ਸੇਵਾ ਕਰੋ ਭਾਈ, ਇਹਨਾਂ ਨੂੰ ਅਕਲ ਟਿਕਾਣੇ ਲੱਗੇ ਇਹਨਾਂ ਦੀ ਸਾਰਿਆਂ ਦੀ, ਇਹਨਾਂ ਨੂੰ ਪਤਾ ਲੱਗੇ ਵੀ ਕਿਸੇ ਤੇ ਝੂਠਾ ਕਿਵੇਂ ਲਾਈਦਾ ਹੁੰਦਾ, ਠੀਕ ਹੈ ਨਾ। ਇਹਨਾਂ ਦਾ ਰੰਗਿਆਟ ਪਵਾ ਦਿਓ ਮੇਰਾ ਵੀ, ਠੀਕ ਹੈ। ਜਿਹੜੇ ਆ ਖਬਰ ਪਰ ਚੰਗੇ ਦੀ ਤੇ ਮਾੜੀ ਦੀ ਪਰਖ ਤੁਹਾਨੂੰ ਸਾਰਿਆਂ ਨੂੰ ਮੈਂ ਕਹਿੰਦਾ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਕੌਣ ਚੰਗਾ ਕੌਣ ਮਾੜਾ, ਹੈ ਨਾ। ਤੁਸੀਂ ਮੈਨੂੰ ਸਾਰੇ ਜਾਣਦੇ ਹੀ ਹੋ ਕੁੱਲ ਮਿਲਾ ਕੇ, ਠੀਕ ਹੈ। ਪਰ ਜਿਹੜੇ ਵੀ ਆਹ ਵਾਲੇ ਬੰਦੇ ਤੁਸੀਂ ਸੂਤ ਕੀਤੇ ਨੇ, 90% ਤੁਸੀਂ ਵੀ ਸੂਤ ਕੀਤੇ ਨੇ, ਹੈ ਨਾ। ਮੈਂ ਤਾਂ ਇੱਧਰ ਗਾਣੇ ਬੰਨੀ, ਆਪਣਾ ਤਾਂ ਧਿਆਨ ਹੈਗਾ ਕੰਮ ਬੰਨੀ, ਠੀਕ ਹੈ। ਪਰ ਇਹਨਾਂ ਦੀ ਰੇਲ ਬਣਾ ਦਿਓ। ਤੇ ਹੁਣ ਮੈਂ ਤੁਹਾਨੂੰ ਚੈਨਲ ਦੇ ਹਿਸਾਬ ਨਾਲ ਕਹਿਣਾ ਵੀ ਤਕੜੇ ਹੋ ਕੇ ਖਬਰ ਲਾਇਓ, ਜਿਹੜੀ ਲਾਉਣੀ ਹੋਈ ਤੁਹਾਡੇ ਜੂਤ ਬਹੁਤ। ਇਸ ਤੋਂ ਬਾਅਦ ਪੱਤਰਕਾਰ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ, ਜਿਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨੇ ਸਿੱਧੂ ਦੇ ਖਿਲਾਫ ਪੰਜਾਬ ਦੇ DGP ਦਿਨਕਰ ਗੁਪਤਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ, ਜਿਸ ਤੋਂ ਬਾਅਦ ਦਿਨਕਰ ਗੁਪਤਾ ਵੱਲੋਂ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ।
ਸਿੱਧੂ ਮੂਸੇਵਾਲਾ ਤਾਂ ਭਾਵੇਂ ਹਰ ਦਿਨ ਵਿਵਾਦਾਂ 'ਚ ਰਹਿੰਦਾ ਹੈ, ਪਰ ਉਸ ਵੱਲੋਂ ਪੱਤਰਕਾਰਾਂ ਨੂੰ ਸ਼ਰੇਆਮ ਧਮਕੀਆਂ ਦਿੱਤੇ ਜਾਣਾ ਸ਼ਰੇਆਮ ਗੁੰਡਾਗਰਦੀ ਹੈ। ਜੇਕਰ ਪੱਤਰਕਾਰ ਭਾਈਚਾਰੇ ਨੂੰ ਇਸ ਤਰ੍ਹਾਂ ਕੁਝ ਲੋਕਾਂ ਵੱਲੋਂ ਆਪਣੀ ਸ਼ੌਹਰਤ ਦੇ ਦਮ ਤੇ ਧਮਕੀਆਂ ਦਿੱਤੀਆਂ ਜਾਣਗੀਆਂ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਹੁਣ ਪੰਜਾਬ ਪੁਲਿਸ ਇਸ ਤੇ ਕਾਰਵਾਈ ਕਰਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਸਿੱਧੂ ਮੂਸੇਵਾਲੇ ਨੇ ਗੀਤਾਂ 'ਚ ਸ਼ਰੇਆਮ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਉਸ ਦੀ ਦੋਸਤੀ ਹੈ। ਬਿਊਰੋ ਰਿਪੋਰਟ। ਸੁਲਤਾਨਪੁਰ ਲੋਧੀ ਵਿੱਚ ਫਿਲਮੀ ਅੰਦਾਜ਼ ਵਿੱਚ ਦਿਨ ਦਿਹਾੜੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸੁਲਤਾਨਪੁਰ ਲੋਧੀ ਪੁਲਿਸ ਨੇ ਮਾਮਲੇ ਨੂੰ ਸੁਲਝਾਇਆ। ਬੀਤੇ 6-7 ਮਹੀਨੇ ਪਹਿਲਾਂ ਸੁਲਤਾਨਪੁਰ ਲੋਧੀ ਵਿੱਚ ਰਾਜੇਸ਼ ਕੁਮਾਰ ਨਾਂ ਦੇ ਰਾਈਸ ਮਿਲਰ ਵੱਲੋਂ ਇੱਕ ਕੰਪਲੇਂਟ ਲਿਖਵਾਈ ਗਈ ਸੀ ਕਿ ਕੁਝ ਅਣਪਛਾਤਿਆਂ ਵੱਲੋਂ ਉਹਨਾਂ ਦੇ ਘਰ 'ਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ 'ਚ ਇੱਕ ਮਹਿਲਾ ਵੀ ਸ਼ਾਮਲ ਹੈ। ਗ੍ਰਿਫਤਾਰ ਵਿਅਕਤੀ ਨੇ ਕਿਹਾ ਕਿ ਸਾਡੇ ਘਰ ਦੀ ਹਾਲਤ ਮਾੜੀ ਹੋਣ ਕਾਰਨ ਅਸੀਂ ਇਸ ਚੋਰੀ ਨੂੰ ਅੰਜਾਮ ਦਿੱਤਾ ਅਤੇ ਇਹ ਸਾਡੀ ਪਹਿਲੀ ਚੋਰੀ ਸੀ ਜਿਸ ਵਿੱਚ ਅਸੀਂ ਫਸ ਗਏ। ਪੁਲਿਸ ਨੇ ਇਹ ਮਾਮਲਾ ਸੁਲਝਾ ਲਿਆ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਟੇਟਮੈਂਟ ਸੀ ਰਾਜੇਸ਼ ਕੁਮਾਰ ਧੀਰ ਨੇ, ਜਿਹੜੇ ਕਿ ਇੱਥੇ ਰਾਈਸ ਮਿਲਰ ਨੇ ਲੋਕਲ ਸੁਲਤਾਨਪੁਰ ਲੋਧੀ ਵਿਖੇ। ਇਹ 9 ਤਰੀਕ ਵਕਤ ਕਰੀਬ 4 ਵਜੇ 4 ਅਣਪਛਾਤੇ ਨੌਜਵਾਨ ਜਿਹੜੇ ਸੀ ਉਹ ਇਹਨਾਂ ਦੇ ਘਰ ਲੁੱਟ ਦੀ ਨੀਤ ਨਾਲ ਘਰ ਦੇ ਵਿੱਚ ਦਾਖਲ ਹੋਏ ਸੀ ਤੇ ਇਹ ਕਾਫੀ ਐਂਟੀਕ ਦੇ ਵਿੱਚ ਵਾਰਦਾਤ ਹੋਈ ਸੀ ਤੇ ਸ਼ਹਿਰ ਦੇ ਵਿੱਚ ਕਾਫੀ ਇਹਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਵੀ ਇੰਨੀ ਜਿਹੜੀ ਘਣੀ ਆਬਾਦੀ ਦੇ ਵਿੱਚ ਜਿਹੜੀ ਇਹ ਵਾਰਦਾਤ ਕਰਨ ਕਿੱਦਾਂ ਆਏ ਤੇ ਕੀ ਰੌਲਾ ਰੱਪਾ ਸੀ। ਇਹ ਸਾਰਾ ਚੱਲਦਾ ਰਿਹਾ। ਇਹ ਫਿਰ ਅਸੀਂ ਸਾਡੇ SHO ਸੁਲਤਾਨਪੁਰ ਵਿਦ ਸਪੈਸ਼ਲ ਇਨਵੈਸਟੀਗੇਸ਼ਨ ਦੀ ਟੀਮ ਤਿਆਰ ਕੀਤੀ। ਉਹਦੇ ਤਹਿਤ ਅਸੀਂ ਇਹਨਾਂ ਨੂੰ ਜਿਹੜੇ ਸੀ 5 ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਆ, ਜਿਹਦੇ ਵਿੱਚ ਇੱਕ ਔਰਤ ਤੇ 4 ਜਿਹੜੇ ਨੇ ਉਹ ਜੈਂਟਸ ਨੇ। ਇਹ 4 ਜਿਹੜੇ ਮੈਂਬਰ ਨੇ ਇਹ ਫੈਮਿਲੀ ਮੈਂਬਰ ਹੀ ਹੈਗੇ ਤੇ ਇੱਕ ਜਿਹੜਾ ਸੀ ਉਹ ਚੰਡੀਗੜ੍ਹ ਬਸਤੀ ਤੋਂ ਹੈਗਾ, ਇੱਥੋਂ ਲੋਕਲ ਸੁੱਖਾ, ਤੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹਨਾਂ ਨੇ ਬੰਦਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਲੁੱਟ ਦੀ ਵਾਰਦਾਤ ਵਿੱਚ ਸਫਲ ਨਹੀਂ ਹੋਏ, ਅਸਫਲ ਰਹੇ ਨੇ। ਇਹਦੇ ਵਿੱਚ ਮੇਨ ਜਿਹੜਾ ਸੀ ਵੀ ਇਹ ਲੜਕੀ ਹੈ ਇਹਨਾਂ ਦੇ ਘਰ ਬਿਊਟੀ ਪਾਰਲਰ ਦਾ ਕੰਮ ਕਰਦੀ ਪੂਜਾ, ਉਹਨੂੰ ਇਹਨਾਂ ਦੇ ਘਰ ਦਾ ਕਰੀਬ 3 ਸਾਲ ਤੋਂ ਆਉਂਦੀ ਸੀ। ਉਹਨੂੰ ਪਤਾ ਸੀ ਇੱਕ ਡਰਾਈਵਰ ਸੀ ਸੋਢੀ ਜਿਹੜਾ ਕਿ ਇਹਨਾਂ ਦਾ 2-2.5 ਸਾਲ ਤੋਂ ਕੰਮ ਛੱਡ ਕੇ ਚਲੇ ਗਿਆ ਸੀ। ਇਹ ਘਰ ਦੇ ਸਾਰੇ ਕੰਮ ਦੇ ਘਰ ਦੇ ਭੇਤੀ ਸਨ। ਇਹਨਾਂ ਨੂੰ ਘਰ ਦੇ ਬਾਰੇ ਸਾਰਾ ਇਹਨਾਂ ਦੇ ਪੈਸਿਆਂ ਦੀ ਟ੍ਰਾਂਜੈਕਸ਼ਨ, ਹੋਰ ਇਹਨਾਂ ਨੂੰ ਇਹਨਾਂ ਦਾ ਘਰ ਦਾ ਗਹਿਣਾ ਵਗੈਰਾ ਕਿੱਥੇ ਆ ਇਹਦੇ ਬਾਰੇ ਨੌਲੇਜ ਸੀ। ਨੌਨ ਪ੍ਰੋਫੈਸ਼ਨਲ ਸਨ। ਪ੍ਰੋਫੈਸ਼ਨਲ ਕੋਈ ਪਹਿਲਾਂ ਇਹਨਾਂ ਦਾ ਜਿਹੜੀ ਹਿਸਟਰੀ ਹੈਗੀ ਕੋਈ ਮੁਕੱਦਮਾ ਇਹਨਾਂ 'ਤੇ ਦਰਜ ਨਹੀਂ ਸੀ ਹੈਗਾ, ਪਰ ਇਹਨਾਂ ਪਲਾਨ ਕੀਤਾ ਸੀ ਵੀ ਅਸੀਂ ਇਹ ਅਮੀਰ ਘਰਾਣਾ ਹੈਗਾ ਤੇ ਘਰ ਦੇ ਭੇਤੀਆਂ ਵੀ ਜੇ ਅਸੀਂ ਇੱਥੇ ਲੁੱਟ ਖੋਹ ਕਰ ਲਈਏ ਤੇ ਅਸੀਂ ਬਹੁਤ ਜਲਦੀ ਮਤਲਬ ਕਿ ਅਮੀਰ ਹੋ ਜਾਵਾਂਗੇ। ਤੇ ਇਸ ਨੀਤ ਨਾਲ ਇਹਨਾਂ ਨੇ ਜਿਹੜਾ ਸੀ ਉਹ ਪਲਾਨ ਕਰਕੇ ਵੀ ਕੀਤਾ ਸੀ। ਇਹਨਾਂ ਕੋਲ ਅਸੀਂ ਜਿਹੜਾ ਸੀ ਇਹਨਾਂ ਨੇ ਵਾਰਦਾਤ ਵਿੱਚ ਇੱਕ ਗੱਡੀ ਵਰਤੀ ਸੀ, ਇੱਕ ਮੋਟਰਸਾਈਕਲ ਵਰਤਿਆ ਸੀ ਤੇ ਇੱਕ ਜਿਹੜਾ ਆਪਣਾ ਨਕਲੀ ਪਿਸਤੌਲ ਜਿਹੜਾ ਸੀ ਉਹ ਇਹਨਾਂ ਤੋਂ ਬਰਾਮਦ ਕੀਤਾ ਗਿਆ। ਇਹ 9 ਤਰੀਕ ਤੋਂ ਲੈ ਕੇ ਕਰੀਬ 5-6 ਦਿਨ ਦੇ ਵਿੱਚ ਹੀ ਇਹ ਕੇਸ ਜਿਹੜਾ ਟਰੇਸ ਹੋ ਗਿਆ। ਇੱਥੇ ਇਹ ਗੱਲ ਹੈਗੀ ਵੀ ਇਹਨਾਂ ਦੀ ਕੋਈ ਵੀ ਆਇਡੈਂਟੀਟੀ ਨਹੀਂ ਸੀ ਹੈਗੀ ਸੀ, ਇਹਨਾਂ ਮੂੰਹ ਬੱਧੇ ਹੋਏ ਸੀ। ਕਾਫੀ ਮਸ਼ੱਕਤ ਤੋਂ ਬਾਅਦ ਹੀ ਇਹ ਜਿਹੜਾ ਸੀ ਇਹ ਮੁਕੱਦਮਾ ਜਿਹੜਾ ਟਰੇਸ ਕੀਤਾ ਗਿਆ ਜੀ। ਲੁਧਿਆਣਾ ਦੇ ਗਾਂਧੀ ਨਗਰ ਖੇਤਰ ਦੇ ਰਹਿਣ ਵਾਲੇ ਇੱਕ ਪ੍ਰਾਪਰਟੀ ਐਡਵਾਈਜ਼ਰ ਉਹਨਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਖੇਤਰ ਦੇ ਭਾਜਪਾ ਨੇਤਾਵਾਂ ਦੇ ਦਬਾਅ ਵਿੱਚ ਪੁਲਿਸ ਵੱਲੋਂ ਉਲਟਾ ਉਹਨਾਂ ਉੱਤੇ ਹੀ ਕ੍ਰੋਸ ਪਰਚਾ ਦਰਜ ਕਰਨ ਦਾ ਮਾਮਲਾ ਲਗਾਇਆ ਗਿਆ ਹੈ। ਇਸ ਸੰਬੰਧ ਵਿੱਚ ਉਹਨਾਂ ਨੇ ਪੁਲਿਸ ਕਮਿਸ਼ਨਰ ਨਾਲ ਮਿਲ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਮਨੋਜ ਜੁਨੇਜਾ ਨੇ ਮੀਡੀਆ ਨੂੰ ਦੱਸਿਆ ਕਿ ਖੇਤਰ ਦੇ ਭਾਜਪਾ ਨੇਤਾ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਸੀ, ਜਿਸ ਦੀ ਵੀਡੀਓ ਫੁਟੇਜ ਉਹਨਾਂ ਨੇ ਪੁਲਿਸ ਦੇ ਕੋਲ ਪੇਸ਼ ਕੀਤੀ ਹੈ ਤਾਂ ਆਰੋਪੀ ਨੇ ਖਿਲਾਫ ਕੇਸ ਦਰਜ ਕਰ ਲਿਆ ਗਿਆ, ਪਰ ਆਰੋਪੀ ਦਾ ਭਰਾ ਪਾਰਟੀ ਵਿੱਚ ਸੀਨੀਅਰ ਅਹੁਦੇ ਉੱਤੇ ਤੈਨਾਤ ਹੈ, ਜਿਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਥਾਣੇ ਦਾ ਘਿਰਾਓ ਕੀਤਾ ਅਤੇ ਪੁਲਿਸ ਨੇ ਉਸ ਦੇ ਦਬਾਅ ਵਿੱਚ ਉਲਟਾ ਮਨੋਜ ਤਨੇਜਾ ਤੇ ਹੀ ਕ੍ਰਾਸ ਮਾਮਲਾ ਦਰਜ ਕਰ ਦਿੱਤਾ। ਕਾਉਂਸਲਰ ਦਾ ਮੁੰਡਾ ਜਿਹੜੇ ਸਾਡੇ ਬੀਜੇਪੀ ਦੇ ਕਾਉਂਸਲਰ ਨੇ ਉਹਨਾਂ ਦਾ ਲੜਕਾ ਦੀਪਕ ਸ਼ਰਮਾ ਦੀਪੂ, ਉਹਨੇ ਮੈਨੂੰ ਬਸੰਤ ਨਗਰ 2 ਨੰਬਰ ਗਲੀ ਦੇ ਵਿੱਚ ਰੋਕ ਕੇ ਧਮਕਾਇਆ ਔਰ ਕੁਦਰਤੀ ਮੈਂ ਉੱਥੇ ਆਪਣੇ ਦੋਸਤ ਨਾਲ ਖੜਾ ਸੀ ਔਰ ਉੱਥੇ CCTV ਕੈਮਰਾ ਲੱਗਿਆ ਹੋਇਆ ਸੀਗਾ, ਜਿਹਦੀ ਫੁਟੇਜ ਮੈਂ ਪੁਲਿਸ ਨੂੰ ਪ੍ਰੋਵਾਈਡ ਕੀਤੀ ਤੇ ਪੁਲਿਸ ਨੇ ਉਸ ਫੁਟੇਜ ਦੇ ਆਧਾਰ ਤੇ 107, 150 ਔਰ 506 ਦਾ ਪਰਚਾ ਦਰਜ ਕਰਤਾ ਇਹਨਾਂ ਦੇ ਉੱਪਰ। ਔਰ ਇਹਨਾਂ ਦੇ ਭਾਈ ਸਾਹਿਬ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨੇ। ਉਹਨਾਂ ਨੇ ਆਪਣੇ 60-70 ਸਾਥੀ ਇਕੱਠੇ ਕਰਕੇ ਥਾਣੇ ਦਾ ਘਿਰਾਓ ਕੀਤਾ, ਜਿਹੜੀ ਕਿ ਧਾਰਾ 144 ਲੱਗੀ ਹੋਈ ਹੈ। 5 ਬੰਦੇ ਤੋਂ ਵੱਧ ਆਪਾਂ ਇਕੱਠੇ ਨਹੀਂ ਹੋ ਸਕਦੇ ਔਰ ਇਹਨਾਂ ਨੇ ਉਸ ਕਾਨੂੰਨ ਨੂੰ ਜਿਹੜਾ ਹੈਗਾ ਉਹ ਲਾਇਆ, ਮਤਲਬ ਉਸ ਕਾਨੂੰਨ ਨੂੰ ਧੱਜੀਆਂ ਉਡਾਈਆਂ ਉਸ ਕਾਨੂੰਨ ਦੀਆਂ। ਮੈਂ ਪ੍ਰਸ਼ਾਸਨ ਅੱਗੇ, ਕਮਿਸ਼ਨਰ ਸਾਹਿਬ ਅੱਗੇ ਇਹੀ ਬੇਨਤੀ ਕਰਦਾ ਕਿ ਇਹਨਾਂ 'ਤੇ ਜਿਹੜਾ ਇੱਕ
ਧਾਰਾ ਜਿਹੜੀ ਹੈ ਹੋਰ ਲਗਾਈ ਜਾਵੇ, ਕਿਉਂਕਿ ਇਹਨਾਂ ਤੇ ਪਹਿਲਾਂ ਵੀ 2015 'ਚ 452 ਦਾ ਪਰਚਾ ਹੈ, ਜਿਹੜੀ ਕਿ ਇਹਨਾਂ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਉਹਦੇ ਬਾਰੇ ਮਤਲਬ ਜਾਣੂ ਕਰਾਇਆ ਕਿ ਇਹ ਜਦ ਤੱਕ ਮਤਲਬ ਇੱਕ ਇਹਨਾਂ ਤੇ 307 ਦਾ ਵੀ ਪਰਚਾ ਮੈਨੂੰ ਸੁਣਨ 'ਚ ਆਇਆ ਵੀ ਇਹਨਾਂ ਕੋਲ ਇਹਨਾਂ ਤੇ ਹੋਇਆ, ਔਰ ਉਹ ਕਾਪੀਆਂ ਜਿਹੜੀਆਂ ਸਾਰੀਆਂ ਪ੍ਰੋਵਾਈਡ ਕਰਾਂਗਾ। ਮੈਂ ਪ੍ਰਸ਼ਾਸਨ ਨੂੰ ਇਹ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਦ ਤੱਕ ਇਹ 302 ਦੀ ਕਾਰਵਾਈ ਨਹੀਂ ਕਰਦੇ ਤਦ ਤੱਕ ਇਹਨਾਂ 'ਤੇ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਏਗੀ, ਕਿ ਇਕੱਲਾ ਬੰਦਾ ਇੱਥੇ ਜੀਣਾ ਇਕੱਲੇ ਬੰਦੇ ਦਾ ਮਤਲਬ ਇਹਨਾਂ ਨੇ ਮੁਸ਼ਕਿਲ ਕਰ ਰੱਖਿਆ। ਮੈਂ ਕੋਈ ਇਲੈਕਸ਼ਨ ਨਹੀਂ ਲੜਨਾ, ਮੇਰੇ ਬੱਚੇ ਬਾਹਰ ਹੈ, ਮੇਰੇ ਏਜ ਪੇਰੈਂਟਸ ਹੈ, ਮੈਂ ਉਹਨਾਂ ਦੀ ਲੁੱਕ ਆਫਟਰ ਕਰ ਰਿਹਾ, ਔਰ ਮੇਰੇ ਫਾਦਰ 3 ਮਹੀਨਿਆਂ ਤੋਂ ਮੰਜੇ 'ਤੇ ਪਏ, ਮੇਰੇ ਘਰ ਆ ਕੇ ਦੇਖ ਲੈਣ। ਮੈਂ ਸੀਪੀ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿ ਜਿਹੜਾ ਮੇਰੇ ਤੇ ਪ੍ਰੈਸ਼ਰ ਦੇ ਵਿੱਚ ਆ ਕੇ ਇਹਨਾਂ ਨੇ ਮੇਰੇ ਤੇ ਪੁਲਿਸ ਨੇ SHO ਨੇ ਕ੍ਰਾਸ ਪਰਚਾ ਦਰਜ ਕੀਤਾ, ਉਹ ਜਸਟੀਫਾਈਡ ਨਹੀਂ ਹੈਗਾ, ਕਿਉਂਕਿ ਇਹਨਾਂ ਕੋਲ ਕੋਈ ਉਸ ਚੀਜ਼ ਦੀ ਫੁਟੇਜ ਨਹੀਂ ਹੈ। ਮੈਂ ਫੁਟੇਜ ਪ੍ਰੋਵਾਈਡ ਕੀਤੀ ਹੈ, ਮੈਂ ਐਵੀਡੈਂਸ ਦਿੱਤਾ ਹੈ ਇੱਕ ਪੁਲਿਸ ਨੂੰ, ਜਦ ਕਿ ਇਹਨਾਂ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਕਿ ਇਹ ਇਸ ਨੂੰ ਪ੍ਰੂਵ ਕਰਨ ਕਿ ਮੈਂ ਇਹਨਾਂ ਨੂੰ ਥ੍ਰੈਟ ਕੀਤਾ। ਇਹ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਐਪਲੀਕੇਸ਼ਨ ਮੂਵ ਕਰ ਦਿੱਤੀ ਸੀ ਕਿ ਮੈਨੂੰ ਇਹਨੇ ਜੁਨੇਜੇ ਨੇ ਰਸਤੇ 'ਚ ਰੋਕ ਕੇ ਥ੍ਰੈਟ ਕੀਤਾ। ਮੈਂ ਇਸ ਕਾਬਲ ਕਿੱਥੇ, ਇੱਕ ਕਾਉਂਸਲਰ ਦੇ ਮੁੰਡੇ ਕੋਲ ਹਮੇਸ਼ਾ 5-10 ਮੁੰਡੇ ਨਾਲ ਹੁੰਦੇ ਨੇ। ਮੈਂ ਇੱਕ 49 ਸਾਲ ਦਾ ਬੰਦਾ, ਜਿਹੜੇ ਬੱਚੇ ਬਾਹਰ ਰਹਿੰਦੇ ਨੇ, ਏਜ ਪੇਰੈਂਟਸ ਨੇ, ਜਿਨ੍ਹਾਂ ਦੇ ਸ਼ੋਲਡਰ ਤੇ ਮੇਰੇ ਸ਼ੋਲਡਰ ਤੇ ਐਡੀ ਵੱਡੀ ਰਿਸਪੌਂਸਿਬਿਲਟੀ ਹੈ, ਔਰ ਮੈਂ ਉਸ ਰਿਸਪੌਂਸਿਬਿਲਟੀ ਨੂੰ ਇੱਕ ਸਾਈਡ ਤੇ ਕਰਕੇ ਇੱਕ ਕ੍ਰਾਈਮ ਦੀ ਦੁਨੀਆ 'ਚ ਮੈਂ ਕਿਉਂ ਐਂਟਰ ਕਰੂੰਗਾ। ਤਰਨਤਾਰਨ ਵਿਖੇ ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰਾਂ ਲਈ ਘਰ ਘਰ ਪਹੁੰਚ ਕਰਕੇ ਲੋਕਾਂ ਦੀ ਸਿਹਤ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਸਰਵੇ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਆਸ਼ਾ ਵਰਕਰਾਂ ਵੱਲੋਂ ਸਿਹਤ ਸੰਬੰਧੀ ਸਰਵੇ ਤੋਂ ਇਲਾਵਾ ਲੋਕਾਂ ਨੂੰ ਕੋਰੋਨਾ ਸੰਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਕਤ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਸਿਵਲ ਸਰਜਨ ਦਫ਼ਤਰ ਤੋਂ ਹਰੀ ਝੰਡੀ ਦੇ ਕੇ ਕੀਤੀ ਗਈ। ਉਕਤ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ ਆਸ਼ਾ ਵਰਕਰਾਂ ਨੂੰ ਖਾਸ ਤੌਰ ਤੇ ਮਾਸਕ, ਸੈਨੀਟਾਈਜ਼ਰ ਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਗਿਆ। ਸਰ ਉਹਨਾਂ ਨੂੰ ਜਾ ਕੇ ਪੁੱਛਣਾ ਮਤਲਬ ਕਿ ਕੀ ਤੁਹਾਨੂੰ ਹੈਗੀ ਆ, ਮਤਲਬ ਕੋਈ ਖੰਘ ਜ਼ੁਕਾਮ ਬੁਖਾਰ ਤੇ ਨਹੀਂ, ਇਹਦੇ ਵਿੱਚ ਪੂਰਾ ਫੀਲਡ ਕਰਨਾ ਉਹਨਾਂ ਦਾ ਡਾਟਾ ਮੋਬਾਈਲ ਫੋਨ ਦੇ ਵਿੱਚ, ਵੀ ਕੀ ਜੌਬ ਕਰਦੇ ਨੇ, ਕਿਹੜੀ ਕੁਆਲੀਫਿਕੇਸ਼ਨ ਆ, ਕਿੰਨਾ ਮਤਲਬ ਕਿੱਥੇ ਤੁਸੀਂ ਕਿੰਨੀ ਉਹ ਹੈਗਾ ਵਾ, ਵਿਆਹੇ ਹੋ ਕਿ ਨਹੀਂ ਵਿਆਹੇ, ਇਹ ਸਭ ਕੁਛ ਆ ਇਹ ਫਾਰਮ ਦੇ ਵਿੱਚ, ਪੂਰਾ ਕੁਛ ਉਹਦੇ ਵਿੱਚ ਐਡ ਕਰਕੇ ਤੇ ਫਿਰ ਆਪਣੇ ਆਪ ਹੀ ਉੱਧਰ ਆਨਲਾਈਨ ਇੱਕ ਘਰ ਅੱਜ ਦਾ ਹੈਗਾ 43 ਘਰ 'ਚ 500 ਘਰ ਆ ਟੋਟਲ, ਤੇ ਅੱਜ ਦੇ ਟੋਟਲ 1400 ਹੈਗੇ ਆ, ਤੇ 32 ਸਾਡੀਆਂ ਆਸ਼ਾ ਨੇ, ਉਹਦੇ ਵਿੱਚ 43 ਘਰ ਇੱਕ ਨੂੰ ਆਏ। ਸਾਨੂੰ ਗਲਵਜ਼ ਦਿੱਤੇ ਗਏ, ਸੈਨੀਟਾਈਜ਼ਰ ਦਿੱਤਾ ਗਿਆ, ਡੈਟੋਲ ਸੋਪ ਦਿੱਤਾ ਗਿਆ, ਮਾਸਕ ਦਿੱਤੇ ਗਏ। ਲੋਕਾਂ ਨੂੰ ਅਸੀਂ ਇਹੀ ਕਹਾਂਗੇ ਕਿ ਤੁਸੀਂ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਮਾਸਕ ਪਾਓ। ਜੇ ਕਿ ਕੋਈ ਸਾਨੂੰ ਕਿਸੇ ਦਾ ਕੋਈ ਸਿੰਪਟਮ ਨਜ਼ਰ ਆਉਂਦੇ ਹੈ ਤੇ ਉਹਨਾਂ ਨੂੰ ਅਸੀਂ ਇੱਥੇ ਦਾ ਦੱਸਾਂਗੇ ਕਿ ਆ ਕੇ ਇੱਥੇ ਟੈਸਟ ਕਰਾਓ। ਸੈਂਪਲ ਅਸੀਂ ਨਹੀਂ ਚੈੱਕ ਕਰਨੇ, ਸੈਂਪਲ ਇੱਥੇ ਹਸਪੀਟਲ 'ਚ ਚੈੱਕ ਹੋਣਗੇ, ਤਾਂ ਅਸੀਂ ਫੋਨ 'ਚ ਕਲੈਕਟ ਕਰਨਾ। ਤੁਹਾਨੂੰ ਮੈਂ ਇਹਦੇ ਬਾਰੇ ਦੱਸਣਾ ਚਾਹਾਂਗਾ, ਅੱਜ ਸਿਵਲ ਸਰਜਨ ਸਾਹਿਬ ਵੱਲੋਂ ਸਾਡੇ ਹੈਲਥ ਡਿਪਾਰਟਮੈਂਟ ਦੀ ਬਹੁਤ ਹੀ ਵਧੀਆ ਇੱਕ ਇਹਨਾਂ ਦੀ ਕਲੋ ਕਾਰਗੁਜ਼ਾਰੀ ਕੀਤੀ ਹੈ ਸਾਡੀ ਸਾਰੀ ਟੀਮ ਵੱਲੋਂ। ਅੱਜ ਅਸੀਂ ਆਪਣੀਆਂ ਆਸ਼ਾ ਵਰਕਰਸ ਨੂੰ ਜਿਹੜੀਆਂ ਹੈ ਉਹਨਾਂ ਨੂੰ ਹਾਊਸ ਟੂ ਹਾਊਸ ਸਰਵੇਲੈਂਸ ਦੇ ਲਈ ਇਹਦੇ ਵਿੱਚ ANMs ਵੀ ਸ਼ਾਮਲ ਨੇ, ਬਾਕੀ ਸਾਡੇ ਹੈਲਥ ਡਿਪਾਰਟਮੈਂਟ ਦੇ ਆਫੀਸ਼ੀਅਲ ਉਹ ਵੀ ਸ਼ਾਮਲ ਨੇ। ਹਾਊਸ ਟੂ ਹਾਊਸ ਸਰਵੇਲੈਂਸ ਇੱਕ ਮਾਈਕਰੋ ਪਲਾਨ ਬਣਾਇਆ ਗਿਆ ਤਰਨਤਾਰਨ ਦਾ, ਜਿਸ ਨੂੰ ਕਵਰ ਕਰਨ ਦੇ ਲਈ ਅਸੀਂ ਇਹ ਸਾਰੀਆਂ ਟੀਮਾਂ ਭੇਜੀਆਂ ਨੇ, ਜਿਸ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ 1,99,000 ਜਿਹੜੇ ਹਾਊਸ ਹੋਲਡਸ ਨੇ ਉਹ ਜਿਹੜੇ ਸਾਡੇ ਪਿੰਡਾਂ ਦੇ ਨੇ, ਤੇ ਤਕਰੀਬਨ ਅਸੀਂ ਜਿਹੜੀ 11,28,000 ਪਾਪੂਲੇਸ਼ਨ ਹੈ ਉਹ ਉਹਨਾਂ ਨੂੰ ਇਹ ਕਵਰ ਕਰਨਗੀਆਂ। ਇਸੇ ਤਰ੍ਹਾਂ ਸ਼ਹਿਰਾਂ ਦੇ ਲਈ ਵੀ 32 ਜਿਹੜੀਆਂ ਸਾਡੀਆਂ ਟੀਮਾਂ ਬਣਾਈਆਂ ਗਈਆਂ ਨੇ, ਜਿਹੜੀਆਂ ਕਿ 14,642 ਜਿਹੜੇ ਸਾਡੇ ਘਰ ਆ ਉਹਨਾਂ ਨੂੰ ਕਵਰ ਕਰਨਗੀਆਂ, ਤੇ ਨਾਲ ਹੀ ਜਿਹੜੀ ਟੋਟਲ ਸਾਡੀ ਪਾਪੂਲੇਸ਼ਨ ਹੈ ਤਕਰੀਬਨ 75,000 ਹੈ, ਉਸ ਪਾਪੂਲੇਸ਼ਨ ਨੂੰ ਵੀ ਇਹ ਕਵਰ ਕਰਨਗੀਆਂ। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਕਰਨਗੀਆਂ ਕੀ। ਇਹ ਜਿੱਦਾਂ ਸਾਡੀ ਇਹ ਜਿਹੜੀਆਂ ਟੀਮਾਂ ਸਰਵਿਸ ਲਈ ਹਾਊਸ ਟੂ ਹਾਊਸ ਸਰਵੇਲੈਂਸ 'ਚ ਜਾਣਗੀਆਂ, ਉੱਥੇ ਹਾਈਪਰਟੈਂਸ਼ਨ ਚੈੱਕ ਕਰਨਗੀਆਂ, ਡਾਇਬਟੀਜ਼, ਕਿਡਨੀ ਦੀਆਂ ਡਿਸੀਜ਼ਿਸ, ਅਸਥਮਾ, ਹਾਰਟ ਡਿਸੀਜ਼ਿਸ ਜਾਂ ਕੋਈ ਹੋਰ ਕਰੋਨਿਕ ਡਿਸੀਜ਼ ਹੈ, ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਉਹਨਾਂ ਸਾਰਿਆਂ ਦਾ ਜਿਹੜਾ ਹੈ ਵੇਰਵਾ ਇਕੱਠਾ ਕਰਕੇ ਲਿਆਉਣਗੀਆਂ। ਇਹਦੇ ਨਾਲ ਹੀ ਨਾਲ ਜਿਹੜੀਆਂ ਸਾਡੀਆਂ ਇਨਫਲੂਐਂਜ਼ਾ ਲਾਈਕ ਇਲਨੈਸ ਹੈਗੀਆਂ ਉਹਦੇ ਬਾਰੇ ਵੀ ਇਹ ਡਾਟਾ ਜਿਹੜਾ ਇਕੱਠਾ ਕਰਨਗੀਆਂ। ਐਂਡ ਇਹਨਾਂ ਸਾਰਿਆਂ ਦੇ ਜਿੱਥੇ ਜ਼ਰੂਰਤ ਹੋਈ, ਜਿੱਦਾਂ ILI ਵਾਲੇ ਸਾਰੇ ਕੇਸਾਂ ਦੇ ਸਾਡੇ ਟੈਸਟ ਹੈ ਉਹ ਵੀ ਕਰਵਾਏ ਜਾਣਗੇ। ਹੋਰ ਵੀ ਜਿਹੜੇ ਕੇਸਾਂ ਦੇ ਵਿੱਚ ਲੱਗਦਾ ਹੋਊ ਸਾਨੂੰ ਕਿ ਇਹਨਾਂ ਦੇ ਵਿੱਚ ਟੈਸਟ ਦੀ ਲੋੜ ਹੈ, ਉਹ ਵੀ ਟੈਸਟ ਜਿਹੜੇ ਆ ਕਰਵਾਏ ਜਾਣਗੇ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਕਿ ਹਾਲੇ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਤਕਰੀਬਨ ਅਸੀਂ 5600 ਜਿਹੜੇ ਟੈਸਟ 5600 ਤੋਂ ਵੱਧ ਜਿਹੜੇ ਟੈਸਟ ਕਰਾ ਚੁੱਕੇ ਆ। 400 ਜਿਹੜੇ ਸਾਡੇ 61 ਹੈ ਉਹਨਾਂ ਦਾ ਹਾਲੇ ਰਿਜ਼ਲਟ ਆਉਣ ਵਾਲਾ ਹੈ। ਇਹਨਾਂ ਦੇ ਵਿੱਚੋਂ ਜਿਹੜੇ ਸਾਡੇ 5000 ਤੋਂ ਵੱਧ ਜਿਹੜੇ ਇੱਦਾਂ ਦੇ ਕੇਸਿਸ ਆ ਜਿਨ੍ਹਾਂ ਦੇ ਸਾਡੇ ਕੇਸਿਸ ਜਿਹੜੇ ਆ ਉਹ ਨੈਗੇਟਿਵ ਆਏ ਆ। ਅਤੇ ਅੱਜ ਸਾਡੇ ਜਿਹੜੇ ਆਈਸੋਲੇਸ਼ਨ ਵਾਰਡ ਜਿਹੜੀ ਸਾਡੀ ਤਰਨਤਾਰਨ ਜ਼ਿਲ੍ਹੇ ਦੀ ਹੈ ਉਹਦੇ ਵਿੱਚ 8 ਜਿਹੜੇ ਪੇਸ਼ੈਂਟ ਹੈ ਉਹ ਸਾਡੇ ਜਿਹੜੇ ਪੋਜ਼ੀਟਿਵ ਨੇ ਉਹ ਐਡਮਿਟ ਨੇ।
ਇਹਨਾਂ ਦੇ ਵਿੱਚੋਂ ਵੀ ਜੇ ਮੈਂ ਅੱਗੇ ਗੱਲ ਕਰਾਂ ਤਾਂ ਇਹਨਾਂ ਦੇ ਵਿੱਚੋਂ ਸਾਡੇ 3 ਹੀ ਸਿਰਫ ਲੋਕਲ ਨੇ, 5 ਜਿਹੜੇ ਉਹ ਬਾਹਰੋਂ ਆਏ ਪਏ ਨੇ ਤੇ ਇੱਕ ਜਿਹੜੇ ਸਾਡੇ ਇੱਥੇ ਡੈਥ ਹੋਈ ਹੈ ਇਸ ਕੇਸ ਦੇ ਵਿੱਚ। ਸੇਫਟੀ ਬਾਰੇ ਤੁਹਾਨੂੰ ਇਹੋ ਹੀ ਆ, ਦੇਖੋ ਇਹਨਾਂ ਨੂੰ ਮਾਸਕ ਤੇ ਨਾਲ ਡਾਕਟਰ ਸਾਹਿਬ ਨੇ ਹੋਰ ਜਿਹੜਾ ਲੋੜੀਂਦਾ ਮਟੀਰੀਅਲ ਸੀ ਉਹ ਇਹਨਾਂ ਨੂੰ ਸਾਰਾ ਸਪਲਾਈ ਕਰਵਾ ਦਿੱਤਾ ਗਿਆ ਹੈ। ਉਹਦੇ ਨਾਲ ਮਟੀਰੀਅਲ ਕਿਸ ਤਰ੍ਹਾਂ ਦੇ ਇਹਨਾਂ ਦਾ ਕੁਐਸਚਨਰ ਹੈ ਉਹਨਾਂ ਬਾਰੇ ਵੀ ਇਹਨਾਂ ਨੂੰ ਬਰੀਫਿੰਗ ਦੇ ਦਿੱਤੀ ਗਈ ਹੈ। ਇਹਨਾਂ ਦੀ ਪਹਿਲਾਂ ਟ੍ਰੇਨਿੰਗ ਵੀ ਪ੍ਰੋਪਰ ਦਿੱਤੀ ਜਾ ਚੁੱਕੀ ਹੈ ਤੇ ਬਿਲਕੁਲ ਵਧੀਆ ਢੰਗ ਦੇ ਨਾਲ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸ਼ੁਰੂ ਦੇ ਵਿੱਚ ਹੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਾਡੇ ਹੈਲਥ ਡਿਪਾਰਟਮੈਂਟ ਦੇ ਸਿਵਲ ਸਰਜਨ ਸਾਹਿਬ ਡਾਕਟਰ ਤਵਨ, ਡਾਕਟਰ ਗੁਪਤਾ, ਡਾਕਟਰ ਸਮਿਤ, ਇਹ ਸਾਰੀ ਟੀਮ ਹੀ ਸਾਡੀ ਜਿਹੜੀ ਤਰ੍ਹਾਂ ਦੇ ACS ਸਾਹਿਬ, ਸਾਰੀ ਟੀਮ ਹੀ ਐਂਡ ਸਾਡੇ ਫਰੰਟ ਲਾਈਨ ਵਰਕਰ ਜਿਹੜੇ ਸਾਡੇ ਅੰਦਰ ਆਈਸੋਲੇਸ਼ਨ ਵਾਰਡ ਦੇ ਵਿੱਚ ਕੰਮ ਕਰ ਰਹੇ ਨੇ, ਇੰਨੀ ਇਹਨਾਂ ਨੇ ਸੇਵਾ ਕੀਤੀ। ਰੋਜ਼ ਹੀ ਤੁਸੀਂ ਪੜ੍ਹਦੇ ਹੋ ਕਿ ਜਿੰਨੇ ਲੋਕ ਇੱਥੋਂ ਗਏ ਨੇ ਆਪਣੇ ਠੀਕ ਹੋ ਕੇ, ਉਹ ਸਾਰਿਆਂ ਦਾ ਇੱਕੋ ਹੀ ਆਵਾਜ਼ ਹੁੰਦੀ ਕਿ ਸਾਨੂੰ ਬੜਾ ਅੱਛਾ ਇੱਥੇ ਦੇ ਅਰੇਂਜਮੈਂਟ ਮਿਲੇ, ਬੜਾ ਵਧੀਆ ਸਾਨੂੰ ਪ੍ਰਬੰਧ ਮਿਲਿਆ ਐਂਡ ਉਹ ਉਹਨਾਂ ਦੇ ਨਾਲ ਸਾਡਾ ਸਾਰਿਆਂ ਦਾ ਹੌਸਲਾ ਜ਼ਿਲ੍ਹੇ ਦੇ ਵਿੱਚ ਵਧਿਆ ਹੈ, ਜ਼ਿਲ੍ਹਾ ਪ੍ਰਸ਼ਾਸਨ ਦਾ ਹੌਸਲਾ ਵਧਿਆ ਹੈ ਤੇ ਉਹ ਹੋਰ ਜ਼ਿਆਦਾ ਹੀ ਤਤਪਰ ਹੋ ਕੇ ਇਹਨਾਂ ਲੋਕਾਂ ਦੀ ਸਾਰਿਆਂ ਦੀ ਜਿਹੜੀ ਸੇਵਾ ਕਰਨ ਦੇ ਵਿੱਚ। ਇੱਕੋ ਹੀ ਗੱਲ ਮੈਂ ਬੇਨਤੀ ਕਰਾਂਗਾ, ਮਿਸ਼ਨ ਫਤਿਹ ਦੇ ਵਿੱਚ ਜਿਸ ਤਰ੍ਹਾਂ ਸਾਡੇ ਮਾਨਯੋਗ CM ਸਾਹਿਬ ਨੇ ਕਿਹਾ ਹੈ ਕਿ 3 ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ। ਇੱਕ ਹੈਗਾ ਅਸੀਂ ਜਿਹੜਾ ਮਾਸਕ ਹੈ ਉਹਨੂੰ ਜ਼ਰੂਰ ਮੂੰਹ ਤੇ ਜਿਹੜਾ ਕਵਰ ਕਰਕੇ ਰੱਖਣਾ ਹੈ, ਦੂਸਰਾ ਜਿਹੜਾ ਹੈ ਆਪਣਾ ਹੱਥਾਂ ਨੂੰ ਸੈਨੀਟਾਈਜ਼ ਕਰਨਾ ਹੈ ਤੇ ਜਿਹੜਾ ਸੋਸ਼ਲ ਡਿਸਟੈਂਸ ਹੈ ਉਹਨੂੰ ਬਣਾ ਕੇ ਰੱਖਣਾ ਹੈ। ਇਹਦੇ ਨਾਲ ਇੱਕ ਹੋਰ ਮੈਂ ਬੇਨਤੀ ਕਰਦਾ, ਜਿਹੜਾ ਮਿਸ਼ਨ ਵਾਰੀਅਰ ਤੇ ਕਰੋਨਾ ਵਾਰੀਅਰ ਦੀ ਕੱਲ੍ਹ ਅਸੀਂ ਗੱਲ ਕੀਤੀ ਸੀ, ਉਹਦੇ ਵਿੱਚ ਵੀ ਜਿਹੜੇ ਸਾਡੇ ਕਰੋਨਾ ਵਾਰੀਅਰ ਤੇ ਮਿਸ਼ਨ ਵਾਰੀਅਰਸ ਉਹਨਾਂ ਨੂੰ ਮੈਂ ਫਿਰ ਇਹੋ ਹੀ ਕਰਾਂਗਾ, ਕੋਵਾ ਐਪ ਸਾਰਿਆਂ ਨੇ ਜਿਹੜੀ ਡਾਊਨਲੋਡ ਕਰਨੀ ਹੈ। 17 ਤਰੀਕ ਤੋਂ ਇਹਨੂੰ ਆਪਣੇ ਆਪ ਨੂੰ ਉਹਦੇ ਉੱਤੇ ਰਜਿਸਟਰ ਕਰਾਉਣਾ ਹੈ। ਜਿਹੜੇ ਸਾਡੇ ਮਿਸ਼ਨ ਵਾਰੀਅਰਸ ਨੇ ਉਹਨਾਂ ਨੇ ਕਰਕੇ ਤੇ ਕੋਵਾ ਐਪ ਕਰਕੇ ਤੇ ਜਿਹੜੀ ਡੇਲੀ ਉਹਨਾਂ ਦੀ ਮਾਰਕਿੰਗ ਹੋਣੀ ਆ, ਉਹਨਾਂ ਨੇ ਦੂਜਿਆਂ ਨੂੰ ਵੀ ਇਨਕਰੇਜ ਕਰਨਾ ਹੈ ਤੇ ਡੇਲੀ ਜਿਹੜੇ ਇਨਾਮ ਵੀ ਦਿੱਤੇ ਜਾਣੇ ਹੈ। ਡੇਲੀ ਬੇਸ ਦੇ ਉੱਤੇ 25, ਇਸੇ ਤਰ੍ਹਾਂ ਵੀਕਲੀ ਬੇਸ ਦੇ ਉੱਤੇ ਵੀ ਹੈ ਤੇ ਮੰਥਲੀ ਬੇਸ ਦੇ ਉੱਤੇ ਹੀ ਹੈ। ਮੈਂ ਸਾਰਿਆਂ ਨੂੰ ਕਹਾਂਗਾ ਕਿ ਇਸ ਦੇ ਵਿੱਚ ਕੋਵਾ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਅੱਗੇ ਆਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਜਾਗਰੂਕ ਕੀਤਾ ਜਾ ਸਕੇ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਪੰਜਾਬ ਕਾਂਗਰਸ ਨੇ ਮੋਦੀ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ, ਪੰਜਾਬ ਦੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕੀਤੀ ਮੀਟਿੰਗ, ਵਿਧਾਨ ਸਭਾ ਚੋਣਾਂ ਲਈ ਸ਼ੁਰੂ ਕੀਤੀਆਂ ਤਿਆਰੀਆਂ, ਸਿੱਧੂ ਨੂੰ ਲੈ ਕੇ ਵੀ ਕਹੀ ਵੱਡੀ ਗੱਲ। ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਨੇ ਸੰਭਾਲਿਆ ਅਹੁਦਾ, ਗਾਰਡ ਆਫ ਆਨਰ ਨਾਲ ਵੀ ਕੀਤਾ ਗਿਆ ਸਨਮਾਨਿਤ। ਸਿੱਧੂ ਮੂਸੇਵਾਲਾ ਇੰਸਟਾ ਤੇ ਲਾਈਵ ਹੋ ਕੇ ਕਰ ਰਿਹਾ ਹੈ ਗੁੰਡਾਗਰਦੀ, ਸ਼ਰੇਆਮ ਪੱਤਰਕਾਰਾਂ ਨੂੰ ਦਿੱਤੀਆਂ ਧਮਕੀਆਂ, ਕਿਹਾ ਖਬਰ ਛਾਪਣ ਵਾਲੇ ਦੇ ਕਰਵਾ ਦੇਵਾਂਗੇ ਚੈਨਲ ਬੰਦ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। Ashoka Tandoori Range. Enjoy the Indian taste.